2014-15 ਤੋਂ ਜਿਹੜਾ ਹੈਗਾ ਸਾਨੂੰ ਪਰੇਸ਼ਾਨ ਕਰਦਾ ਆ ਰਿਹਾ ਪ੍ਰਸ਼ਾਸਨ। ਜਦੋਂ ਦੀ ਸਾਡੀ ਪਹਿਲੀ ਰੋਡ 'ਚ ਆਈ ਆ ਤੇ ਜਦੋਂ ਦੇ ਅਸੀਂ ਇਹ ਚੱਕਰ 'ਚ ਪਏ ਆ, ਸਾਡੀ ਸਥਿਤੀ ਇਹ ਬਣ ਗਈ ਕਿ ਜਿਹੜਾ ਉੱਥੇ ਫੀਸਾਂ ਨਹੀਂ ਭਰ ਸਕਦੇ ਆਦੇ ਬੱਚੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਅਸੀਂ ਸਰਕਾਰੀ ਸਕੂਲਾਂ 'ਚ ਪਾਇਆ। ਮੇਰੀ ਜ਼ਿੰਦਗੀ 50 ਸਾਲ ਤੋਂ ਉੱਪਰ ਦੀ ਹੋ ਗਈ। ਇੰਨਾ ਧੱਕਾ ਮੈਂ ਪਿੰਡ 'ਚ ਅੱਜ ਜ਼ਿੰਦਗੀ 'ਚ ਪਹਿਲੀ ਵਾਰ ਦੇਖ ਰਿਹਾ। ਸਕਦਾ ਵੀ ਸਭ ਬੰਦ ਹੈ, ਆਉਣ ਜਾਣ ਦੁੱਖ ਸੁੱਖ ਸਾਰਾ ਬੰਦ ਹੈ। ਜਿਹਦੇ ਵਿੱਚੋਂ ਇਹੀ ਪੈਸਿਆਂ ਦਾ ਕੇਸ ਲੜਦੇ ਲੜਦੇ ਸਾਡੇ 3 ਪਰਿਵਾਰਕ ਮੈਂਬਰ ਇੱਥੋਂ ਚੜ੍ਹਾਈ ਕਰ ਗਿਆ ਇਹਨਾਂ ਪੈਸਿਆਂ ਪਿੱਛੇ। ਤੇ ਸਮੇਤ ਪਰਿਵਾਰ ਸਮੇਤ ਬੱਚਿਆਂ ਅਸੀਂ ਰੋਡ ਤੇ ਬੈਠੇ ਹਾਂ। ਦੇਖੋ ਕਿੰਨਾ ਰਿਸਕੀ ਜਿਹੜਾ ਹੈਗਾ ਕੰਮ ਆ। ਤੇ ਕਾਰਪੋਰੇਟ ਘਰਾਣਾ ਜ਼ਬਰਦਸਤੀ ਆਪਣੇ ਪਿੰਡ ਨੂੰ ਖੂਹ ਦੇ ਵਿੱਚ ਸਿੱਟ ਕੇ ਸੜਕ ਬਣਾ ਰਿਹਾ, ਪਰ ਵਿਰੋਧ ਕਰਨ ਦੀ ਬਜਾਏ ਸਾਡੇ ਪ੍ਰਧਾਨ ਤੇ ਹੋਰ ਸਾਥੀਆਂ ਨੇ ਜਿੱਦੇ ਕੰਮ ਸਟਾਰਟ ਹੋਇਆ ਇੱਥੇ ਲੱਡੂ ਵੰਡੇ ਆ, ਲੱਡੂ ਖਾਧੇ ਆ। ਜੀ ਸਾਡੀ ਪੈਲੀ ਵੀ ਗਈ ਤੇ ਸਾਨੂੰ ਪੈਸੇ ਵੀ ਨਹੀਂ ਮਿਲੇ। ਯੂਨੀਅਨ ਦਾ ਇਕਾਈ ਪ੍ਰਧਾਨ ਗੁਰਨਾਮ ਸਿੰਘ ਜਿਹੜਾ ਹੈਗਾ ਸਾਡੇ ਮਾਛੀ ਕਹਿੰਦਾ, ਤੁਸੀਂ ਦੇਖੋ ਵੀ ਸਾਡੇ ਪਿੰਡ ਜਥੇਬੰਦੀ ਬਹੁਤ ਜ਼ਬਰਦਸਤ ਆ, ਪਰ ਪਿੰਡ ਨੂੰ ਬਚਾਉਣ ਵਾਸਤੇ ਉਹਨਾਂ ਦਾ ਵੀ ਕੋਈ ਅਹਿਮ ਰੋਲ ਨਹੀਂਗਾ। ਪਿੰਡ ਦੇ ਮੋਹਤਬਾਰ ਬੰਦੇ ਹੀ 20% ਦੇ ਨਾਲ ਪਟਵਾਰੀ ਨਾਲ ਸਿਟੀ ਮਿਲਾਈ ਵੀ ਸੀ। ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਸੁਖਬੀਰ ਬਾਦਲ ਦਾ ਇਹ ਹੈਗਾ ਜਿਹੜਾ ਸੰਤ ਸਾਧ ਜਗਜੀਤ ਲੋਪੋ ਹੈ, ਸ਼੍ਰੋਮਣੀ ਅਕਾਲੀ ਦਲ ਦਾ ਇਹ ਕੌਮੀ ਆਗੂ ਆ। ਉਹ ਜਿਹੜਾ ਸਾਡਾ ਪੈਸਿਆਂ ਵਾਲਾ ਮਸਲਾ ਸੀ ਤੇ ਉਹ ਸਾਡਾ ਐਸਡੀਐਮ ਦੀ ਬਦਲੀ ਹੁੰਦੀ ਵਿੱਚੇ ਲਟਕ ਜਾਂਦਾ। ਸਾਨੂੰ 5 ਸਾਲ ਐਸਡੀਐਮ ਨੇ ਆਪਦੇ ਦਫ਼ਤਰ 'ਚ, ਡੀਸੀ ਨੇ ਆਪਦੇ ਦਫ਼ਤਰ 'ਚ ਨਹੀਂ ਬਣ ਦਿੱਤਾ। ਇੰਨਾ ਦਬਾਅ ਸੀ ਇਹਦਾ ਸਾਧ ਜਗਜੀਤ ਲੋਪੋ ਦਾ। ਕੋਰਟ ਦੇ ਵਿੱਚ ਜਿਹੜਾ ਜਗਜੀਤ ਲੋਪੋ ਨਹੀਂ ਜਾਂਦਾ ਤੇ ਪ੍ਰਸ਼ਾਸਨ ਦੀ ਕੀ ਮਜਬੂਰੀ ਬਣ ਗਈ ਕੋਰਟ ਦੇ ਵਿੱਚ ਜਾਣ ਦੀ? ਸਾਨੂੰ ਪੈਸੇ ਦਿਓ। ਸਾਡਾ ਗੁਰਦੁਆਰਾ ਸਾਹਿਬ ਆ ਸਾਹਮਣੇ, ਉਹਦੀ ਵੀ ਜਿਹੜੀ ਪੇਮੈਂਟ ਦਿੱਤੀ ਗਈ ਆ ਉਹਦਾ ਵੀ ਸਰੇਆਮ 20% ਲੱਖ ਦਾ 20,000 ਰੁਪਈਆ ਸਰੇਆਮ ਲਿਆ ਗਿਆ। ਤੇ ਸਾਡੇ ਕੋਲੇ ਵੀ ਆਏ ਆ ਵੀ ਤੁਸੀਂ ਯਾਰ ਕੁਛ ਨਾ ਕੁਛ ਦਿਓ ਤੇ ਤੁਹਾਡੇ ਅਸੀਂ ਜਿਹੜੀ ਹੈਗੀ ਆ ਪੇਮੈਂਟ ਤੁਹਾਡੀ ਦਵਾ ਦਿੰਦੇ, ਪਰ ਅਸੀਂ ਉਹ ਜਿਹੜਾ ਹੈਗਾ ਨਹੀਂ ਦਿੱਤਾ। ਹਾਂ, ਪਰ ਉਹ ਗੱਲ ਰਿਸ਼ਵਤ ਦੇ ਖਿਲਾਫ ਹੋਣ ਕਰਕੇ ਉਹਨਾਂ ਨੇ ਉਹਨੂੰ ਜਵਾਬ ਵੀ ਇਹ ਦਿੱਤਾ ਵੀ ਤੈਨੂੰ 2 ਰੁਪਏ ਵੀ ਨਹੀਂ ਦੇਣੇ। ਉਹਨੇ ਪੈਸੇ ਦੇਣ ਦੀ ਗੱਲ ਤਾਂ ਦੂਰ ਹੈ। ਇੱਕ ਆਮ ਆਦਮੀ ਸਰਕਾਰ ਦਾ ਉਹ ਐਮਐਲਏ ਆ ਤੇ ਇੱਕ ਆਮ ਆਦਮੀ ਉਹਨਾਂ ਨੂੰ ਤਕਰੀਬਨ 2.5 ਮਹੀਨੇ ਤੋਂ ਸੜਕ ਤੇ ਰੋਲ ਰਿਹਾ, ਸਮੇਤ ਪਰਿਵਾਰ ਬੱਚਿਆਂ ਤੇ ਰੋਲ ਰਿਹਾ ਤੇ ਉਹਨਾਂ ਨੂੰ ਦਿਖਾਈ ਨਹੀਂ ਦਿੱਤਾ। ਪੰਜਾਬੀ ਦਾ ਇੱਕ ਗਾਣਾ ਹੈ ਕਿ ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਆ ਤੇ ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ। ਤਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਸਰਕਾਰਾਂ ਦੇ ਚੱਲਦਿਆਂ ਧਰਨਿਆਂ ਤੇ ਰਹਿਣਾ ਪੈ ਰਿਹਾ। ਇੱਕ ਧਰਨਾ ਲੱਗਿਆ ਮਾਸ਼ੀਕੇ ਪਿੰਡ ਦੇ ਵਿੱਚ। ਮਾਸ਼ੀਕੇ ਪਿੰਡ ਮੋਗਾ ਜ਼ਿਲ੍ਹਾ ਦਾ ਪਿੰਡ ਹੈ, ਨਿਹਾਲ ਸਿੰਘ ਵਾਲਾ ਹਲਕਾ ਪੈਂਦਾ। ਉੱਥੋਂ ਦੀ ਰੋਡ ਲੰਘ ਰਿਹਾ, ਤਸਵੀਰ ਦਿਖਾ ਦਿੰਦੇ ਆ। ਹਾਈਵੇ, ਨੈਸ਼ਨਲ ਹਾਈਵੇ ਲੰਘ ਰਿਹਾ ਜੋ ਕਿ ਮੋਗਾ ਬਰਨਾਲਾ ਨੂੰ ਜੋੜ ਰਿਹਾ। ਤਾਂ ਉਹਦੇ ਬਣਨ ਤੇ ਜਿਹੜਾ ਮਾਸ਼ੀਕੇ ਪਿੰਡ ਹੈ ਉਹ 2 ਭਾਗਾਂ ਵਿੱਚ ਵੰਡਿਆ ਗਿਆ। 2 ਭਾਗਾਂ ਵਿੱਚ ਪਿੰਡ ਵੰਡਿਆ ਗਿਆ। ਪਿੰਡ ਵਾਲਿਆਂ ਦੀ ਜ਼ਮੀਨ ਐਕਵਾਇਰ ਹੋਈ, ਜ਼ਮੀਨ ਦੇ ਪ੍ਰੋਪਰ ਪੈਸੇ ਨਾ ਮਿਲਣੇ। ਉਸ ਤੋਂ ਬਾਅਦ ਪਿੰਡ ਵਾਲਿਆਂ ਦੀ ਮੰਗ ਕਿ ਪੁਲ ਬਣਾਇਆ ਜਾਵੇ ਤਾਂ ਕਿ ਪਿੰਡ ਜਿਹੜਾ 2 ਭਾਗਾਂ ਵਿੱਚ ਵੰਡਿਆ ਗਿਆ ਉਸ ਨੂੰ ਜੋੜਿਆ ਜਾ ਸਕੇ, ਉੱਥੇ ਆਵਾਜਾਈ ਅਸੀਂ ਲੰਘ ਸਕੀਏ ਤਾਂ ਕਿ ਐਕਸੀਡੈਂਟ ਹੋਣ ਤੋਂ ਹੀ ਬਚ ਸਕੀਏ ਤੇ ਸਾਡਾ ਪਿੰਡ ਵੀ ਜੁੜਿਆ ਰਹੇ। ਪਰ ਪ੍ਰਸ਼ਾਸਨ ਵੱਲੋਂ ਦੋਨੇ ਹੀ ਮੰਗਾਂ ਦੇ ਉੱਤੇ ਗੌਰ ਨਾ ਕੀਤੀ ਜਾਣਾ ਤਾਂ ਪਿੰਡ ਵਾਸੀਆਂ ਵੱਲੋਂ ਧਰਨਾ ਲਗਾ ਦਿੱਤਾ ਗਿਆ। ਧਰਨੇ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਐਕਵਾਇਰ ਹੋਈਆਂ ਪਰ ਮੁੱਲ ਨਹੀਂ ਮਿਲਿਆ। ਉਹ ਲੋਕ ਨੇ ਜੋ ਮੰਗ ਕਰਦੇ ਨੇ ਕਿ ਪੁਲ ਬਣਾਇਆ ਜਾਵੇ। ਸਮੁੱਚੇ ਪਿੰਡ ਦੇ ਲੋਕ ਨੇ, ਕਿਸਾਨ ਜਥੇਬੰਦੀ ਦੇ ਆਗੂ ਨੇ। ਗੱਲਬਾਤ ਕਰਦੇ ਹਾਂ ਕਿ ਕਿਉਂ ਧਰਨੇ ਤੇ ਬਹਿਣਾ ਪਿਆ, ਕੀ ਐਡੀ ਵੱਡੀ ਮੰਗ ਸੀ ਕਿ ਪ੍ਰਸ਼ਾਸਨ ਪੂਰੀ ਨਹੀਂ ਕਰ ਸਕਿਆ, ਪ੍ਰਸ਼ਾਸਨ ਵੱਲੋਂ ਕਿਹੋ ਜਿਹਾ ਤਾਲ ਮਿਲ ਰਿਹਾ। ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਜਥੇਬੰਦੀ ਦੇ ਆਗੂ ਨੇ। ਕੀ ਸਮੱਸਿਆ ਤੁਹਾਡੇ ਧਿਆਨ ਦੇ ਵਿੱਚ ਆਈ? ਕਿਵੇਂ ਜਦੋਂ ਰੋਡ ਐਕਵਾਇਰ ਹੋਇਆ ਕੀ ਗੱਲ ਸਰਕਾਰ ਨੇ ਮੰਨੀ ਨਹੀਂ ਤਾਂ ਫਿਰ ਕਿਹੜੀਆਂ ਮੰਗਾਂ ਦੇ ਉੱਤੇ ਤੁਹਾਡੀ ਜਿਹੜੀ ਸਰਕਾਰ ਨਾਲ ਧਰਨੇ ਤੇ ਜਿਹੜਾ ਆਉਣ ਦਾ ਤੁਹਾਨੂੰ ਧਰਨੇ ਤੇ ਬੈਠਣਾ ਪਿਆ? ਸਾਡਾ ਜਿਹੜਾ ਮਤਲਬ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਸੀਂ ਮਤਲਬ ਇਹਨਾਂ ਦਾ ਜਿਹੜਾ ਪੀੜਤ ਪਰਿਵਾਰ ਆ, ਠੀਕ ਹੈ ਜੀ, ਉਹਦੀ ਮਦਦ ਤੇ ਆਏ ਆ। ਹਾਂਜੀ, ਸਾਡੀ ਇੱਕੋ ਹੀ ਮੰਗ ਹੈ ਹਾਂਜੀ ਕਿ ਪ੍ਰਸ਼ਾਸਨ ਅਦਾਲਤ ਦੇ ਵਿੱਚ ਗਿਆ, ਹਾਂਜੀ, ਕੋਈ ਪਰਿਵਾਰ ਨਹੀਂ ਗਿਆ, ਕੋਈ ਵਿਰੋਧੀ ਧਿਰ ਨਹੀਂ ਗਈ। ਹਾਂਜੀ, ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਹੈ ਕਿ ਉਹ ਕੇਸ ਵਾਪਸ ਲਵੇ ਤੇ ਬਣਦਾ ਮੁਆਵਜ਼ਾ ਜਿਹੜਾ ਪੀੜਤ ਪਰਿਵਾਰ ਨੂੰ ਦਿੱਤਾ ਜਾਵੇ। ਹਾਂ, ਬਾਕੀ ਜਿਹੜਾ ਬਿਨਾਂ ਕੋਰਟ ਤੋਂ ਆ
ਅਕਵਾਰ ਜ਼ਮੀਨ ਦਾ ਉਹਦਾ ਮੁਆਵਜ਼ਾ ਵੀ ਨਹੀਂ ਮਿਲਿਆ, ਉਹ ਵੀ ਮੁਆਵਜ਼ਾ ਦਿੱਤਾ ਜਾਵੇ। ਠੀਕ ਹੈ। ਤੇ ਜੇ ਮੁਆਵਜ਼ਾ ਸਰਕਾਰ ਨਹੀਂ ਦੇਊਗੀ, ਹਾਂਜੀ ਕੇਸ ਵਾਪਸ ਨਹੀਂ ਲਊਗੀ, ਹਾਂਜੀ ਤਾਂ ਇਦੋਂ ਮਤਲਬ ਧਰਨਾ ਵੀ ਲੱਗਿਆ ਰਹੂਗਾ ਤੇ ਕੋਈ ਵੱਡਾ ਐਕਸ਼ਨ ਵੀ ਇੱਥੇ ਹੋ ਸਕਦਾ। ਹਾਂ, ਰੋਡ ਵੀ ਰੋਕੀ ਜਾ ਸਕਦੀ ਹੈ, SGM ਦਾ ਦਫ਼ਤਰ ਵੀ ਘੇਰਿਆ ਜਾ ਸਕਦਾ। ਠੀਕ ਹੈ। ਇਹ ਜੇ ਉਹ ਜੋ ਪਲਾਨ ਆ ਉਹ ਜ਼ਿਲ੍ਹਾ ਕਮੇਟੀ ਦੀ ਪਾਸੋਂ ਸਾਡੀ ਮੀਟਿੰਗ ਹੈ, ਉਹਦੇ ਵਿੱਚ ਅਟੱਲ ਫੈਸਲਾ ਹੋਇਆ। ਹਾਂਜੀ। ਆਪਣਾ ਬਾਈ ਜੀ ਮੇਨ ਜਿਹੜਾ ਕੀ ਤੁਹਾਡੀ ਜ਼ਮੀਨ ਦੇ ਕਰਕੇ ਜਿਹੜਾ ਹੋਇਆ ਹੈਗਾ, ਕੀ ਤੁਹਾਡੀ ਜ਼ਮੀਨ ਦਾ ਤੁਹਾਨੂੰ ਰੇਟ ਨਹੀਂ ਦਿੱਤਾ ਗਿਆ ਜਾਂ ਕੀ ਸਮੱਸਿਆਵਾਂ ਕੀ ਆਈਆਂ? ਰੇਟ ਸਾਰਾ ਕੁਝ ਜਿਹੜਾ ਹੈਗਾ ਮਤਲਬ ਕਿ ਕਾਨੂੰਨ ਨੂੰ ਸਿੱਕੇ ਟੰਗ ਕੇ ਦਿੱਤਾ ਜਾ ਰਿਹਾ। ਠੀਕ ਹੈ। ਸਾਡੀ ਪੈਲੀ ਇਹ ਆਬਾਦੀ ਦੀ ਆ। ਠੀਕ ਹੈ। ਇਹਦੀ ਜਿਹੜੀ ਸਾਨੂੰ ਪੇਮੈਂਟ ਕਰ ਰਹੇ ਆ ਉਹ ਕਰ ਰਹੇ ਆ ਐਗਰੀਕਲਚਰ 'ਚ। ਠੀਕ ਹੈ। ਜੇ ਤੁਸੀਂ ਆਬਾਦੀ 'ਚ ਲੈਨੇ ਆ ਤਾਂ 20% ਦੀ ਜਿਹੜੀ ਉਹਦੀ ਡਿਮਾਂਡ ਕੀਤੀ ਸੀ ਵੀ ਫਿਰ ਆਬਾਦੀ 'ਚ ਕਰ ਦਿਆਂਗੇ, ਫਿਰ ਸਾਡੇ ਵਾਸ ਦੀ ਗੱਲ ਹੈਗੀ ਆ। 20% ਤੁਸੀਂ ਵਿੱਚ ਲੱਖ ਦਾ ਜੇ ਤੁਸੀਂ ਦਿਓਗੇ ਫਿਰ ਸਾਡੇ ਵਾਸ ਦੀ ਗੱਲ ਹੈਗੀ ਆ ਵੀ ਫਿਰ ਇਹਦੀ ਅਸੀਂ ਪੇਮੈਂਟ ਵਧਾ ਕੇ ਆਬਾਦੀ 'ਚ ਦੇ ਦਿਆਂਗੇ। ਤੇ ਨਹੀਂ ਇਹ ਸਾਡੇ ਵਾਸ ਦੀ ਗੱਲ ਨਹੀਂ, ਫਿਰ ਤੁਸੀਂ ਇੱਥੇ ਜਿਹੜਾ ਹੈਗਾ ਕਮਿਸ਼ਨਰ ਦੇ ਆਪਦਾ ਕੇਸ ਪਾਓ, ਇਸ ਤਰ੍ਹਾਂ ਮਿਲਣਗੇ। ਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ 2014-15 ਤੋਂ ਜਿਹੜਾ ਹੈਗਾ ਸਾਨੂੰ ਪਰੇਸ਼ਾਨ ਕਰਦਾ ਆ ਰਿਹਾ ਪ੍ਰਸ਼ਾਸਨ। ਠੀਕ ਹੈ। ਤੇ ਜਿਹਦੇ ਵਿੱਚ ਅਸੀਂ ਤਕਰੀਬਨ 3 ਮਹੀਨੇ ਦੇ ਉੱਪਰ ਹੀ ਹੋ ਗਿਆ। 18 ਦਿਨ ਪਹਿਲਾਂ ਅਸੀਂ ਬੈਠੇ ਰਹੇ ਹਾਂ ਉੱਥੇ। ਜਿਹੜਾ ਉਹ ਧਰਨਾ ਸੀਗਾ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੀ ਅਗਵਾਈ ਹੇਠ ਚੱਲ ਰਿਹਾ ਸੀਗਾ, ਜਿਹਦੇ ਵਿੱਚ ਇਹੀ ਮੰਗ ਸੀ ਵੀ ਰੋਡ ਵੀ ਬਣ ਜੇ ਤੇ ਮੁਆਵਜ਼ਾ ਵੀ ਪੀੜਤ ਪਰਿਵਾਰਾਂ ਨੂੰ ਮਿਲੇ। ਠੀਕ ਹੈ। ਪਰ ਰੋਡ ਬਣਨ ਲੱਗ ਗਿਆ ਤੇ ਉਹ ਗਰਾਹਾਂ ਜਥੇਬੰਦੀ ਜਿਹੜੀ ਮੁਆਵਜ਼ੇ ਵਾਲੀ ਗੱਲ ਤੇ ਉੱਥੇ ਜਿਹੜਾ ਹੈਗਾ ਧਰਨਾ ਚੱਕਿਆ ਗਿਆ ਤੇ ਅਸੀਂ ਨਿਰਾਸ਼ ਹੋ ਗਏ। ਤੇ ਫਿਰ ਜਿਹੜੀ ਸਾਡੀ ਬਾਂਹ ਹੈਗੀ ਆ ਪ੍ਰਧਾਨ ਜੀ ਕਿਰਤੀ ਕਿਸਾਨ ਯੂਨੀਅਨ ਦੇ ਹੈਗੇ ਆ, ਬਲਾਕ ਪ੍ਰਧਾਨ ਨਾਜਰ ਸਿੰਘ ਖਾਈ, ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀ ਕੇ, ਉਹਨਾਂ ਨੇ ਸਾਡੀ ਬਾਂਹ ਫੜੀ ਆ। ਤੇ ਅਸੀਂ ਜਿਹੜਾ ਦਿਨਪੁਰ ਰਾਤ ਦਾ ਪੱਕਾ ਮੋਰਚਾ ਤਕਰੀਬਨ 2.5 ਮਹੀਨੇ ਦੇ ਉੱਪਰ ਹੋ ਚੱਲਿਆ ਤੇ ਅਸੀਂ ਦਿਨਪੁਰ ਰਾਤ ਜਿਹੜਾ ਹੈਗਾ ਰੋਡ ਤੇ ਜਿਹੜਾ ਹੈਗਾ ਬੈਠੇ ਆ। ਤੇ ਜਿਹੜੀ ਇਹ ਸਾਡੀ ਆ ਦੇਖੋ ਸਾਰਾ ਸਾਡਾ ਰਿਕਾਰਡ ਸਾਡੇ ਕੋਲੇ ਆ, ਕਿਹੜੇ ਮਾਲਕ ਤੋਂ ਕਿੰਨੀ ਪੈਲੀ ਲਈ ਆ ਤੇ ਕਿੰਨੇ ਪੈਸੇ ਬਣਦੇ ਆ, ਸਾਰਾ ਕੁਝ ਹੈਗਾ। ਪਰ ਪ੍ਰਸ਼ਾਸਨ ਜਿਹੜਾ ਹੈਗਾ ਸਾਨੂੰ ਇਸ ਗੱਲ ਤੋਂ ਟਾਲ ਮਟੋਲ ਕਰ ਰਿਹਾ, ਜਾਣੀ ਜਾਣ ਬੁੱਝ ਕੇ ਸਾਨੂੰ ਜਿਹੜਾ ਪ੍ਰਸ਼ਾਸਨ ਆ ਪਰੇਸ਼ਾਨ ਕਰ ਰਿਹਾ, ਜਿਹਦੇ ਵਿੱਚੋਂ ਇਹੀ ਪੈਸਿਆਂ ਦਾ ਕੇਸ ਲੜਦੇ ਲੜਦੇ ਸਾਡੇ 3 ਪਰਿਵਾਰਕ ਮੈਂਬਰ ਇੱਥੋਂ ਚੜ੍ਹਾਈ ਕਰ ਗਿਆ ਇਹਨਾਂ ਪੈਸਿਆਂ ਪਿੱਛੇ। ਤੇ ਚੌਥਾ ਸਾਡਾ ਪਰਿਵਾਰਕ ਮੈਂਬਰ ਜਿਹੜਾ ਹੈਗਾ ਉਹ ਹਸਪਤਾਲ 'ਚ ਐਡਮਿਟ ਆ, ਇੱਥੇ ਧਰਨੇ ਤੇ ਹਾਜ਼ਰ ਸੀ ਸਾਡੇ ਨਾਲ। ਉਹ ਡਿਪਰੈਸ਼ਨ 'ਚ ਹੋ ਕੇ ਉਹ ਜਿਹੜਾ ਹੈਗਾ ਉਹਨੂੰ ਇਸ ਟਾਈਮ 3 ਦਿਨ ਹੋ ਗਏ ਬੇਹੋਸ਼ੀ ਦੀ ਹਾਲਤ 'ਚ ਆ, ਕਿਉਂਕਿ ਉਹ ਇੰਨੀ ਡਿਪਰੈਸ਼ਨ 'ਚ ਪੈ ਗਿਆ ਉਹ। ਤੇ ਜਿਹਦਾ ਕਰਕੇ ਉਹ ਸਾਡਾ ਰੈਕੋਟ ਹਸਪਤਾਲ 'ਚ ਮੁੰਡਾ ਦਾਖਲ ਪਿਆ ਵਾ ਇਸ ਟਾਈਮ। ਹਾਂਜੀ। ਇਹ ਪ੍ਰਸ਼ਾਸਨ ਨਾਲ ਗੱਲਬਾਤ ਜਦੋਂ ਤੁਹਾਡੀਆਂ ਕੋਈ ਮੀਟਿੰਗਾਂ ਹੋਈਆਂ ਉਹਨਾਂ ਵਿੱਚ ਪ੍ਰਸ਼ਾਸਨ ਫਿਰ ਕਿਸੇ ਗੱਲ ਤੇ ਜਿਵੇਂ ਪੁਲ ਬਣਾਉਣ ਦੀ ਤੁਹਾਡੀ ਮੰਗ ਹੈ ਜਾਂ ਉਹਨਾਂ ਤੇ ਫਿਰ ਕੀ ਕਹਿ ਰਿਹਾ, ਕਿਉਂ ਟਾਲ ਮਟੋਲ ਕਰ ਰਿਹਾ, ਕੀ ਲੱਗਿਆ ਤੁਹਾਨੂੰ? ਪ੍ਰਸ਼ਾਸਨ ਨੇ ਜਿਹੜੀਆਂ ਕੰਡੀਸ਼ਨਾਂ ਹੱਥੋਂ ਮੰਗੀਆਂ ਉਹ ਅਸੀਂ ਪ੍ਰਸ਼ਾਸਨ ਨੂੰ ਪੂਰੀਆਂ ਕਰਕੇ ਦਿੱਤੀਆਂ ਵੀਆਂ। ਆ ਬਕਾਇਦਾ ਸਾਡੇ ਕੋਲੇ ਫਾਈਲ ਬਣੀ ਵੀ ਉਸ ਕੰਡੀਸ਼ਨਾਂ ਦੀ, ਤੇ ਉਹਦੇ ਬਾਰੇ ਬਲਦੇਵ ਸਿੰਘ ਇਹਨਾਂ ਨੇ ਪੈਰਵਾਈ ਇੱਕ ਇਹ ਜਾਣਕਾਰੀ ਦੇ ਦੇਣਗੇ ਸਾਰੀ। ਤੇ ਜਿਹੜਾ ਸਾਡਾ ਮਸਲਾ ਸਾਡਾ ਤਾਂ ਇਹੀ ਹੈ ਵੀ ਸਾਡਾ ਮੁਆਵਜ਼ਾ ਸਾਨੂੰ ਦਿੱਤਾ ਜਾਵੇ, ਸਾਡੀ ਬਣਦੀ ਪੈਲੀ ਦਾ ਜਿੰਨੀ ਸਾਡੇ ਤੋਂ ਸਰਕਾਰ ਨੇ ਪੈਲੀ ਖਰੀਦੀ ਉਹਦਾ ਮੁਆਵਜ਼ਾ ਦਿੱਤਾ ਜਾਵੇ। ਤੇ ਅਸੀਂ ਆਪਦਾ ਘਰੇ ਜਾਈਏ, ਇੱਥੇ ਸਮੇਤ ਪਰਿਵਾਰ ਸਮੇਤ ਬੱਚਿਆਂ ਅਸੀਂ ਰੋਡ ਤੇ ਬੈਠੇ ਹਾਂ। ਦੇਖੋ ਕਿੰਨਾ ਰਿਸਕੀ ਜਿਹੜਾ ਹੈਗਾ ਕੰਮ ਆ, ਜਿਹਦੇ ਵਿੱਚ ਅਸੀਂ ਇੱਥੇ ਬੈਠੇ ਆ ਰੋਡ ਤੇ। ਕਿਸੇ ਵੇਲੇ ਵੀ ਕੋਈ ਗੱਡੀ ਦਾ ਟਾਇਰ ਪੈਂਚਰ ਹੋ ਜੇ ਸਾਡੇ ਤੇ ਸਿੱਧੀ ਆ ਚੜ ਸਕਦੀ ਆ, ਕੋਈ ਸ਼ਰਾਰਤੀ ਅਨਸਰ ਵੀ ਚੜਾ ਸਕਦਾ। ਇਹਦੇ ਵਿੱਚ ਸਾਰੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਦੀ ਹੋ ਜੇ ਕੋਈ ਰੱਬ ਨਾ ਕਰੇ ਕੋਈ ਅਣਸਕਾਮੀ ਸਾਡੀ ਜਿਹੜੀ ਕੋਈ ਸਾਡਾ ਨੁਕਸਾਨ ਹੁੰਦਾ। ਠੀਕ ਹੈ। ਹਾਂਜੀ। ਤੇ ਪਿੰਡ ਦੇ ਵਿੱਚ ਕਈ ਵਾਰੀ ਇਹ ਹੁੰਦਾ ਵੀ ਜਿਵੇਂ ਤੁਸੀਂ ਮੰਗ ਕਰ ਰਹੇ ਹੋ ਕਿਤੇ ਦਬਾਅ ਦੇ ਹੇਠ ਵੀ ਹੁੰਦਾ, ਕੋਈ ਪਤਾ ਲੱਗਿਆ ਕਿ ਕਿਸ ਦੇ ਦਬਾਅ ਹੇਠ ਜਿਹੜਾ ਪ੍ਰਸ਼ਾਸਨ ਵੀ ਝੁਕਿਆ ਹੋਇਆ, ਕਿਸ ਦੇ ਦਬਾਅ ਜਿਹੜੀਆਂ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ? ਜਿਹੜਾ ਸਾਡਾ ਜਿੱਥੋਂ ਤੱਕ ਪੈਸਿਆਂ ਦਾ ਮਸਲਾ, ਸਾਡੇ ਮਸਤਾਰਕੇ ਦੇ ਵਿੱਚ ਅਸੀਂ ਆਹ ਰਿਪੋਰਟ ਆ 11 ਹਿੱਸੇਦਾਰ ਆ। ਠੀਕ ਹੈ। ਜਿਹਦੇ ਵਿੱਚ ਅਸੀਂ 10 ਹਿੱਸੇਦਾਰ ਇੱਥੇ ਧਰਨੇ ਤੇ ਬੈਠੇ ਆ ਆਪਦਾ ਹੱਕ ਲੈਣ ਲਈ। ਠੀਕ ਹੈ। ਪਰ ਜਿਹਦੇ ਵਿੱਚੋਂ 11ਵਾਂ ਹਿੱਸੇਦਾਰ ਆ ਸਾਡੇ ਉਹ ਹੈਗਾ ਸਾਧ ਜਗਜੀਤ ਲੋਪੋ। ਠੀਕ ਹੈ। ਹਾਂਜੀ। ਕਾਰਨ ਕੀ ਸੀ ਵੀ 2014-15 ਚ ਪਹਿਲੀ ਰਿਕਵਾਇਰ ਹੋਈ ਆ, ਨੋਟੀਫਿਕੇਸ਼ਨ ਬਣ ਗਿਆ। 15 ਦੇ ਵਿੱਚ ਸਾਨੂੰ ਜਿਹੜਾ ਹੈਗਾ SDM ਸਾਹਿਬ ਨੇ ਬੁਲਾਇਆ ਵੀ ਆਪਦੇ ਪੈਸੇ ਲੈ ਲਓ। ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਸੁਖਬੀਰ ਬਾਦਲ ਦਾ ਇਹ ਹੈਗਾ ਜਿਹੜਾ ਸੰਤ ਸਾਧ ਜਗਜੀਤ ਲੋਪੋ ਆ, ਸ਼੍ਰੋਮਣੀ ਅਕਾਲੀ ਦਲ ਦਾ ਇਹ ਕੌਮੀ ਆਗੂ ਆ। ਜਿਹੜਾ ਇਹਦਾ ਬੇਟਾ ਸੀਗਾ ਭਗੀਰਥ, ਉਸ ਟਾਈਮ ਉਹ ਜਿਹੜਾ ਸੁਖਬੀਰ ਬਾਦਲ ਆ ਉਹਦਾ ਸਲਾਹਕਾਰ ਲੱਗਿਆ ਸੀ, OSD ਸੀਗਾ, ਜ਼ੋਰ ਸੀਗਾ। ਉਹ ਜਿਹੜਾ ਸਾਡਾ ਪੈਸਿਆਂ ਵਾਲਾ ਮਸਲਾ ਸੀ ਤੇ ਉਹ ਸਾਡਾ SDM ਦੀ ਬਦਲੀ ਹੁੰਦੀ ਹੈ, ਵਿੱਚੇ ਲਟਕ ਜਾਂਦਾ।
ਉਦੋਂ ਬਾਅਦ ਜਗਜੀਤ ਲੋਪੋ ਵੱਲੋਂ ਸਾਡੇ ਤੇ ਕੇਸ ਦਾਇਰ ਕੀਤਾ ਜਾਂਦਾ 1/6/2016 ਨੂੰ, ਜਿਹਦੇ ਵਿੱਚ ਉਹ ਕਹਿੰਦਾ ਵੀ ਇੱਥੇ ਮੇਰੀ ਮਾਲਕੀ ਆ। 2 ਸਾਲ ਬਾਅਦ ਕੋਰਟ ਦਾ ਫੈਸਲਾ ਆ ਜਾਂਦਾ 23/4/18 ਨੂੰ ਵੀ ਤੂੰ ਇੱਥੋਂ ਦਾ ਮਾਲਕ ਨਹੀਂ, ਤੂੰ ਸਹਿ ਹਿੱਸੇਦਾਰ ਆ। ਉਦੋਂ ਬਾਅਦ ਨਾ ਜਗਜੀਤ ਲੋਪੋ ਕੋਰਟ ਕੇਸ 'ਚ ਜਾਂਦਾ, ਨਾ ਅਸੀਂ ਜਾਂਦੇ ਆ। ਕੋਈ ਸਾਡਾ ਰੌਲਾ ਨਹੀਂ ਰਹਿ ਗਿਆ, ਕਿਸੇ ਨਾਲ ਸਾਡਾ ਕੋਈ ਲੜਾਈ ਝਗੜਾ ਨਹੀਂ। ਦੇਖੋ ਕੋਰਟ ਦਾ ਫੈਸਲਾ ਉਹਨਾਂ ਨੇ ਮੰਨ ਲਿਆ ਵੀ ਮੈਂ ਸਹਿ ਹਿੱਸੇਦਾਰ ਆ, ਹਿੱਸੇ ਮੁਤਾਬਕ ਸਾਰਾ ਪ੍ਰਸ਼ਾਸਨ ਰਕਬਾ ਕੱਢੀ ਬੈਠਾ ਵਾ। ਠੀਕ ਆ, ਤਕਰੀਬਨ ਇਹ ਵੀ ਸਾਨੂੰ ਜਥੇਬੰਦੀ ਦੇ ਦਬਾਅ ਹੇਠ 16/12/2021 ਨੂੰ ਮਿਲਿਆ, ਜਿਹੜਾ ਕਿ ਸਾਨੂੰ 2015-16 ਚ ਮਿਲਣਾ ਚਾਹੀਦਾ ਸੀ। ਸਾਨੂੰ 5 ਸਾਲ ਐਸਡੀਐਮ ਨੇ ਆਪਦੇ ਦਫ਼ਤਰ 'ਚ, ਡੀਸੀ ਨੇ ਆਪਦੇ ਦਫ਼ਤਰ 'ਚ ਨਹੀਂ ਵੰਡ ਦਿੱਤਾ, ਇੰਨਾ ਦਬਾਅ ਸੀ ਇਹਦਾ ਸਾਧ ਜਗਜੀਤ ਲੋਪੋ ਦਾ। ਚਲੋ ਅਸੀਂ ਸਾਡਾ ਕੋਈ ਰੌਲਾ ਨਹੀਂ ਰਹਿ ਗਿਆ, ਤਾਂ ਕੋਰਟ ਨੇ ਫੈਸਲਾ ਦਿੱਤਾ। 18 ਦਾ ਇਹ ਫੈਸਲਾ ਆਇਆ ਵਾ, ਪਰ ਪ੍ਰਸ਼ਾਸਨ ਸਾਨੂੰ ਫਿਰ ਵੀ ਬਿਨਾਂ ਵਜ੍ਹਾ ਪਰੇਸ਼ਾਨ ਕਰ ਰਿਹਾ। ਸੈਸ਼ਨ ਕੋਰਟ 'ਚ ਕੇਸ ਗਿਆ, ਪ੍ਰਸ਼ਾਸਨ ਬਾਰ-ਬਾਰ ਸਾਨੂੰ ਉੱਠਣ ਨੂੰ ਕਹਿ ਰਿਹਾ, ਤਾਂ ਡਰਾ ਧਮਕਾ ਰਿਹਾ। ਕੱਲ ਪਰਸੋਂ ਟਰੈਕਟਰ ਜਬਰੀ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਈ ਵਾਰ ਕਰ ਚੁੱਕੇ ਆ। ਜੋ ਅਸੀਂ ਜਥੇਬੰਦੀ ਦੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਅਸੀਂ ਉਹ ਨਹੀਂ ਹੋਣ ਦਿੱਤਾ, ਤੇ ਆਹ ਸਾਡਾ ਰਿਕਾਰਡ ਹੈ ਜਿਹੜਾ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸਾਨੂੰ 2015 ਤੋਂ ਲੈ ਕੇ ਨਹੀਂ ਸੀ ਦਿੱਤਾ। 16/12/2021 ਨੂੰ ਸਾਨੂੰ ਇਹ ਮਿਲਿਆ, ਜਿਹਦੇ ਵਿੱਚ ਅਸੀਂ ਸਾਰੇ 11 ਹਿੱਸੇਦਾਰ ਹਾਂ, ਤੇ 10 ਅਸੀਂ ਰੋਡ ਤੇ ਬੈਠੇ ਹਾਂ ਵੀ ਸਾਡਾ ਜਿਹੜਾ ਬਣਦਾ ਮੁਆਵਜ਼ਾ ਸਾਨੂੰ ਦਿੱਤਾ ਜਾਵੇ ਤੇ ਸੜਕ ਬਣਾਈ ਜਾਵੇ। ਅਸੀਂ ਮਨਾ ਥੋੜ੍ਹੀ ਕਰਦੇ ਹਾਂ, ਪਰ ਸਾਡਾ ਹੱਕ ਤਾਂ ਸਾਨੂੰ ਦਿੱਤਾ ਜਾਵੇ ਨਾ ਜੀ। ਕਿੰਨੀ ਪੈਲੀ ਵਾਲੇ ਜਿਹੜੇ ਤੁਸੀਂ ਕਿਸਾਨ ਹੋ, ਜਿਹੜੇ ਜਿਨ੍ਹਾਂ ਦੀ ਇਹ ਜ਼ਮੀਨ ਵਿੱਚ ਆਈ ਹੈ, ਜਿਹੜੇ ਧਰਨੇ ਤੇ ਬੈਠੇ ਹੋ, ਕਿੰਨੀ ਕੁੱਲ ਪੈਲੀ ਤੁਹਾਡੇ ਕੋਲ? ਪੈਲੀ ਜੀ ਅਸੀਂ 1.5 ਕਿੱਲੇ ਦੀ ਮਾਲਕੀ ਵਾਲੇ ਕਿਸਾਨ ਆ। ਬਹੁਤ ਗਰੀਬੀ ਰੇਖਾ 'ਚ ਅਸੀਂ ਜਿਹੜਾ ਸਾਡਾ ਚੱਲਦਾ। ਜਦੋਂ ਦੀ ਸਾਡੀ ਪੈਲੀ ਰੋਡ 'ਚ ਆਈ ਆ ਤੇ ਜਦੋਂ ਦੇ ਅਸੀਂ ਇਹ ਚੱਕਰ 'ਚ ਪਏ ਆ, ਸਾਡੀ ਸਥਿਤੀ ਇਹ ਬਣ ਗਈ ਵੀ ਅਸੀਂ ਆਪਦੇ ਬੱਚੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਸਾਡੇ ਬੱਚਿਆਂ ਦੀ ਵੀ ਜਿਹੜੀ ਜ਼ਿੰਦਗੀ ਆ। ਮੇਰਾ ਬੇਟਾ 10ਵੀਂ ਕਲਾਸ ਅਕਾਲ ਅਕੈਡਮੀ ਟੱਲੇਵਾਲ 'ਚ ਪੜ੍ਹਦਾ ਸੀ, ਗੁਰਬਾਣੀ ਮੁਕਾਬਲੇ 'ਚ ਫਸਟ ਆਉਂਦਾ ਸੀ, ਗੁਰਬਾਣੀ ਦੇ ਸਿੱਖ ਇਤਿਹਾਸ 'ਚ ਫਸਟ ਆਉਂਦਾ ਸੀ। ਮੇਰੀ ਬੇਟੀ ਉੱਥੇ ਪੜ੍ਹਦੀ ਆ, ਜਿਹੜੀ ਉਹਦੀ ਫੀਸ ਆ ਗੁਰਬਾਣੀ ਮੁਕਾਬਲੇ 'ਚ, ਬਰਨਾਲੇ ਜ਼ਿਲ੍ਹੇ 'ਚ ਉਸ ਟਾਈਮ ਫਸਟ ਆਈ ਸੀ ਗੁਰਬਾਣੀ ਮੁਕਾਬਲੇ 'ਚ। ਉਹ ਗੁਰੂ ਨਾਨਕ ਮਲਟੀਵਰਸਿਟੀ ਉਹਨਾਂ ਨੇ ਉਹਦਾ ਉਪਰਾਲਾ ਕੀਤਾ ਵੀ ਇਹ ਬੱਚੀ ਨੂੰ ਅਸੀਂ ਪੜ੍ਹਾਵਾਂਗੇ। ਸਾਡੀ ਸਥਿਤੀ ਇਹ ਬਣਾਤੀ ਹੈ ਵੀ ਅਸੀਂ ਜਿਹੜਾ ਉੱਥੇ ਫੀਸਾਂ ਨਹੀਂ ਭਰ ਸਕਦੇ, ਆਪਦੇ ਬੱਚੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਅਸੀਂ ਸਰਕਾਰੀ ਸਕੂਲਾਂ 'ਚ ਪਾਇਆ। ਇਹ ਸਾਡੀ ਜਿਹੜਾ ਉਹ ਸਪੀਚ ਦਿੰਦਾ ਸਵੇਰ ਵੇਲੇ ਟੀਵੀ ਚੈਨਲਾਂ 'ਤੇ ਵੀ ਇਸ ਤਰ੍ਹਾਂ ਹੋਣਾ ਚਾਹੀਦਾ, ਮਾਇਆ ਤੋਂ ਦੂਰ ਰਹਿਣਾ ਚਾਹੀਦਾ। ਤੇ ਇੱਕ ਮਾਇਆ ਪਿੱਛੇ ਸਾਨੂੰ ਉਹ 10 ਪਰਿਵਾਰਾਂ ਨੂੰ ਸਮੇਤ ਬੱਚਿਆਂ ਸਾਡਾ ਜਿਹੜਾ ਜ਼ਿੰਦਗੀ ਸਾਡੀ ਦਾਅ 'ਤੇ ਲਾਈ ਬੈਠਾ ਵਾ। ਠੀਕ ਹੈ। ਹਾਂ, ਸਾਡਾ ਜਿਹੜਾ ਸਾਡੇ ਨਾਲ ਸਾਨੂੰ ਨਹੀਂ ਪਤਾ ਲੱਗਦਾ ਵੀ ਪ੍ਰਸ਼ਾਸਨ ਤੇ ਕੀ ਦਬਾਅ। ਸਾਰਾ ਸਾਡੀ ਰਿਪੋਰਟ ਆਈ ਵੀ ਆ ਵੀ ਸਾਥੋਂ ਕਿੰਨੀ ਪੈਲੀ ਲਈ, ਸਾਨੂੰ ਕਿਉਂ ਨਹੀਂ ਦਿੰਦੇ। ਤੁਹਾਡੇ ਕਹਿਣ ਦਾ ਮਤਲਬ ਵੀ ਉਹਨਾਂ ਦੇ ਦਬਾਅ ਹੇਠ ਪ੍ਰਸ਼ਾਸਨ ਕਿਤੇ ਨਾ ਕਿਤੇ ਜਿਹੜੀਆਂ ਇਹ ਚੀਜ਼ਾਂ ਦੇ ਉੱਤੇ ਤੁਹਾਨੂੰ ਪੈਲੀ ਦਾ ਜਿਹੜਾ ਪੂਰਾ ਰੇਟ ਆ ਉਹ ਨਹੀਂ ਦੇ ਰਿਹਾ, ਤੁਹਾਡੀ ਗੱਲ ਤੇ ਕਾਰਵਾਈ ਨਹੀਂ ਕਰ ਰਿਹਾ। ਨਹੀਂ, ਅਸੀਂ ਤਾਂ ਹੁਣ ਇਹ ਆ ਵੀ ਸਾਡੇ ਕੋਲ ਫੈਸਲਾ ਹੀ ਆ ਗਿਆ 23/4/18 ਦਾ। ਫਿਰ ਕੋਰਟ ਦੇ ਵਿੱਚ ਜਿਹੜਾ ਜਗਜੀਤ ਲੋਪੋ ਨਹੀਂ ਜਾਂਦਾ ਤੇ ਪ੍ਰਸ਼ਾਸਨ ਦੀ ਕੀ ਮਜਬੂਰੀ ਬਣ ਗਈ ਕੋਰਟ ਦੇ ਵਿੱਚ ਜਾਣ ਦੀ? ਸਾਨੂੰ ਪੈਸੇ ਦਿਓ, ਸਾਡਾ ਤਾਂ ਰੌਲਾ ਹੀ ਨਹੀਂ ਰਹਿ ਗਿਆ ਕਿਸੇ ਨਾਲ। ਤੇ ਅਸੀਂ ਬਾਰ-ਬਾਰ ਇਹ ਬੇਨਤੀ ਕਰਦੇ ਹਾਂ ਵੀ ਜਿੰਨੀ ਸਾਡੇ ਮਾਲਕੀ ਆ, ਦੇਖੋ ਉਹਦੇ ਜਿਹੜੀ ਹੈਗੀ ਆ 4 ਮਰਲੇ 7 ਆ ਸਾਰਿਆਂ ਦੀ ਹੈਗੀ ਆ, 7 ਮਰਲੇ 6 ਸਰਸਈਆਂ 7 ਸਾਰਿਆਂ ਦਾ ਬਣਿਆ ਵਾ, ਜਿਹਦੇ ਦੇ ਮੁਤਾਬਕ ਪੈਸੇ ਦੇ ਦੇ ਵੀ ਐਸਡੀਐਮ ਕਿਉਂ ਸਾਨੂੰ ਪਰੇਸ਼ਾਨ ਕਰ ਰਿਹਾ? ਇਹ ਐਸਡੀਐਮ ਦੇਵੇ ਸਾਡੇ ਪੈਸੇ, ਕਿਉਂ ਕੋਰਟ 'ਚ ਗਿਆ? ਉਹਨੂੰ ਜਾਣਾ ਹੀ ਨਹੀਂ ਸੀ ਚਾਹੀਦਾ। ਕਦੋਂ ਤੋਂ ਤੁਸੀਂ ਲਗਾਤਾਰ ਧਰਨੇ ਤੇ, ਤੁਹਾਨੂੰ ਕਿਹਾ 2.5 ਮਹੀਨੇ ਹੋ ਗਏ, ਲਗਾਤਾਰ ਕਦੋਂ ਤੋਂ ਜਿਹੜੀ ਇਹ ਤਪੱਸਿਆ ਕਰ ਰਹੇ ਹੋ, ਇਹ ਸੰਘਰਸ਼ ਕਰ ਰਹੇ ਹੋ? ਇਹ ਸੰਘਰਸ਼ ਤਾਂ ਜੀ ਅਸੀਂ 2015 ਤੋਂ ਹੀ ਕਰ ਰਹੇ ਹਾਂ, ਜਦੋਂ ਦੀ ਪੈਲੀ ਸਾਡੀ ਇਹ ਰੋਡ ਮਹਿਕਮੇ ਨੇ ਅਕਵਾਇਰ ਕੀਤੀ ਆ, ਅਸੀਂ ਉਦੋਂ ਦੇ ਹੀ ਲੜ ਰਹੇ ਹਾਂ। ਇਹਦੇ ਵਿੱਚ ਸਾਨੂੰ ਨਹੀਂ ਸਮਝ ਲੱਗੀ, ਇੱਕ ਆ ਪੰਚਾਇਤ ਨੇ ਮਤਾ ਪਾ ਕੇ ਦੇਤਾ, ਗ੍ਰਾਮ ਪੰਚਾਇਤ ਨੇ ਮੌਜੂਦਾ ਨੇ, ਆ ਮਤਾ ਵਾ, ਇਹ ਦਫ਼ਤਰ ਦੇ ਵਿੱਚੋਂ ਕਢਾਇਆ, ਇਹ ਤੇ ਕੋਈ ਡੇਟ ਨਹੀਂ ਪਾਈ ਵੀ। ਇਹ ਵੀਡੀਓ ਦਫ਼ਤਰ 'ਚ ਰਜਿਸਟਰਡ ਹੈਗਾ ਜਾਂ ਨਹੀਂ ਹੈਗਾ, ਇਹਦੀ ਵੀ ਅਸੀਂ RTI ਪਾਈ ਆ। ਇਹ ਵੀ ਪ੍ਰਸ਼ਾਸਨ ਨੂੰ ਪੁੱਛਿਆ ਵੀ ਇਹ ਅਧਿਕਾਰ ਹੈ ਪਾਉਣ ਦਾ। ਇਹ ਮਤੇ ਦੇ ਆਧਾਰ ਤੇ ਜਿਹੜੀ ਸਾਡੇ ਪਿੰਡ ਦੇ ਲੋਕਾਂ ਦੀ ਲੁੱਟ ਖਸੁੱਟ ਹੋਈ ਆ, ਉਹ ਪਿੰਡ ਵਾਲਿਆਂ ਨੂੰ ਹੀ ਪਤਾ ਜਾਂ ਰੱਬ ਨੂੰ ਪਤਾ। ਸਾਡਾ ਗੁਰਦੁਆਰਾ ਸਾਹਿਬ ਆ ਸਾਹਮਣੇ, ਉਹਦੀ ਵੀ ਜਿਹੜੀ ਪੇਮੈਂਟ ਦਿੱਤੀ ਗਈ ਆ, ਉਹਦਾ ਵੀ ਸਰੇਆਮ 20% ਲੱਖ ਦਾ 20,000 ਰੁਪਈਆ ਸਰੇਆਮ ਲਿਆ ਗਿਆ। ਸਾਡੇ ਪਿੰਡ ਦੇ ਵਿੱਚ 5-6 ਜਿਹੜੇ ਸੀਗੇ ਉਹ ਅਰੇਂਜਮੈਂਟ ਕਰਾਉਣ ਵਾਲੇ ਬੰਦੇ ਹਾਜ਼ਰ ਸੀ, ਤੇ ਸਾਡੇ ਕੋਲੇ ਵੀ ਆਏ ਆ ਵੀ ਤੁਸੀਂ ਯਾਰ ਕੁਛ ਨਾ ਕੁਛ ਦਿਓ ਤੇ ਤੁਹਾਡੇ ਅਸੀਂ ਜਿਹੜੀ ਹੈਗੀ ਆ ਪੇਮੈਂਟ ਤੁਹਾਡੀ ਦਵਾ ਦਿੰਦੇ ਹਾਂ। ਪਰ ਅਸੀਂ ਉਹ ਜਿਹੜਾ ਹੈਗਾ ਨਹੀਂ ਦਿੱਤਾ, ਉਲਟਾ ਅਸੀਂ ਉਹਦੀ ਸ਼ਿਕਾਇਤ ਕੀਤੀ ਆ 16/7/2020 ਨੂੰ DC ਦਫ਼ਤਰ ਵੀ ਆਹ ਬੰਦੇ ਸਾਥੋਂ 25% ਰਿਸ਼ਵਤ ਦੀ ਮੰਗ ਕਰ ਰਹੇ ਆ, ਪਰ ਕਾਰਵਾਈ ਕੋਈ ਨਹੀਂ ਹੋਈ ਅਜੇ ਤਾਈਂ, ਕੋਈ ਕਾਰਵਾਈ ਨਹੀਂ ਹੋਈ। ਇਸ ਮਤੇ ਦੇ ਆਧਾਰ ਤੇ ਪਿੰਡ ਵਾਸੀ ਹੋਰ ਵੀ ਬੈਠੇ ਆ ਜਿਨ੍ਹਾਂ ਦੀ ਮਾਲਕੀ ਸਰਕਾਰ ਨੇ ਇਹਨਾਂ ਤੋਂ ਲਈ ਆ,
ਪਰ ਜਿਹੜੇ ਉਹਦੇ ਪੈਸੇ ਆ ਉਹ ਇਹਨਾਂ ਨੂੰ ਪਤਾ ਵੀ ਕਿਹਨੂੰ ਚੁਕਾ ਤੇ ਕੀ ਹਿਸਾਬ ਕਿਤਾਬ ਆ। ਤੇ ਹੋਰ ਸਾਡੇ ਪਿੰਡ ਵਾਸੀ ਬੈਠੇ ਆ ਸਾਰੇ ਜਿਹੜੇ ਪਿੰਡ ਪੱਧਰੀ ਮੰਗਾਂ ਤੇ ਵੀ ਲੜ ਰਹੇ ਆ, ਪਿੰਡ ਪੱਧਰੀ ਮੰਗਾਂ ਵੀ ਉਹਨਾਂ ਦੀਆਂ। ਬਾਈ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ 20% ਦੀਆਂ ਮੰਗਾਂ ਉੱਠੀਆਂ, 20% ਦਿਵਾਉਣ ਵਾਲੇ ਵਿੱਚ ਕੌਣ ਹੈ ਤੁਹਾਡੇ ਹਿਸਾਬ ਨਾਲ? ਪਿੰਡ ਦੇ ਮੋਹਤਬਾਰ ਬੰਦੇ ਹੀ 20% ਦੇ ਨਾਲ ਪਟਵਾਰੀ ਨਾਲ ਸਿਟੀ ਮਲਾਈ ਵੀ ਸੀ, ਜਿਹਨੂੰ ਅਸੀਂ ਕਹਾਂਗੇ ਜਿਹਦੀ ਆਪਣੇ ਕੋਲੇ ਫੀਸ ਐਂਟਰੀ ਹੋਗੀ ਵੀ ਤੂੰ ਉਹਨੂੰ ਚੈੱਕ ਦੇਣਾ ਹੋਊਗਾ। ਅੱਛਾ ਹਾਂ, ਕਿਉਂਕਿ ਜੇ ਜਿਹਨੂੰ ਉਹ ਕਹਿੰਦੇ ਸੀ ਇਹਨੂੰ ਚੈੱਕ ਦੇ ਦੇ, ਉਹਨੂੰ ਦੇਤਾ। ਜਿਹਨੂੰ ਉਹ ਕਹਿੰਦੇ ਸੀ ਵੀ ਨਹੀਂ ਵੀ ਇਹਨੂੰ ਅਜੇ ਹੋਰ ਖੱਜਲ ਕਰਨਾ, ਉਹਨੂੰ ਕਹਿੰਦਾ ਸੀ ਤੇਰਾ ਘਟਦਾ ਗਾ, ਤੇਰੀ ਦੁਆਰੇ ਵਾਲੀ 'ਚ ਘਟ ਗਿਆ, ਤੈਨੂੰ ਇਸ ਤਰ੍ਹਾਂ ਨਹੀਂ ਆਉਣਾ, ਤੇ ਤੇਰਾ ਹੱਕ ਨਹੀਂ ਬਣਦਾ, ਤੇਰੇ ਫਲਾਨਾ ਦਰਖਾਸਤ ਦੇ ਗਿਆ ਉਲਟ। ਤੇ ਜਦੋਂ ਅਗਲਾ 20% ਨੂੰ ਯੈਸ ਕਰ ਦਿੰਦਾ ਸੀ, ਉਦੋਂ ਸਾਰੇ ਕਾਨੂੰਨ ਸਿੱਟ ਕੇ ਟੰਗ ਕੇ ਤੈਨੂੰ ਕਹਿੰਦਾ ਸੀ 3 ਵਜੇ ਆ ਤੇ ਚੈੱਕ ਲੈ ਕੇ ਮੁੜ ਜਾ। ਮਤਲਬ ਉਹ ਪਿੰਡ ਦੇ ਹੀ ਲੋਕ ਜਿਹੜੇ ਆ ਕਿਤੇ ਨਾ ਕਿਤੇ ਪਿੰਡ ਦਾ ਸਾਥ ਦੇਣ ਦੀ ਬਜਾਏ ਉਹ ਪ੍ਰਸ਼ਾਸਨ ਦੇ ਨਾਲ ਚੱਲਦੇ। ਪ੍ਰਸ਼ਾਸਨ ਦੇ ਨਾਲ ਮਿਲੀ ਭੁਗਤ ਦੇ ਨਾਲ, ਉਹਨਾਂ ਦੀ ਮਿਲੀ ਭੁਗਤ ਨੇ ਪ੍ਰਸ਼ਾਸਨ ਨੇ ਲੁੱਟਿਆ। ਜੇ ਉਹ ਜਾਗਦੇ ਰਹਿੰਦੇ ਪਿੰਡ ਲੁੱਟਿਆ ਨਹੀਂ ਸੀ ਜਾਂਦਾ। ਤੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਵੀ ਉਹ ਜਾਗੇ, ਕਿਉਂਕਿ ਸਾਡੇ ਪਿੰਡ ਨੂੰ ਬਚਾਉਣ ਦੀ ਖਾਤਰ ਉਹ ਅਹਿਮ ਰੋਲ ਅਦਾ ਹੋ ਸਕਦਾ ਜੇਕਰ ਚੰਨੀ ਸਾਹਿਬ ਦੀ ਅੱਖ ਖੁੱਲ੍ਹ ਜੇ ਤਾਂ। ਕਿਉਂਕਿ ਇੰਨਾ ਤਾਂ ਮੇਰੀ ਜ਼ਿੰਦਗੀ 50 ਸਾਲ ਤੋਂ ਉੱਪਰ ਦੀ ਹੋ ਗਈ, ਇੰਨਾ ਧੱਕਾ ਮੈਂ ਪਿੰਡ 'ਚ ਅੱਜ ਜ਼ਿੰਦਗੀ 'ਚ ਪਹਿਲੀ ਵਾਰ ਦੇਖ ਰਿਹਾ। ਮੈਂ ਨਹੀਂ ਸੀ ਦੇਖਿਆ ਵੀ ਪ੍ਰਸ਼ਾਸਨ ਨੇ ਇੰਨਾ ਧੱਕਾ ਕਰਿਆ ਹੋਵੇ ਜਾਂ ਗ੍ਰਾਮ ਪੰਚਾਇਤ ਜਾਂ ਪਿੰਡ ਦੇ ਲੋਕ ਇੰਨਾ ਅਣਗੌਲੀ ਕਰਨ। ਜਿਵੇਂ ਹੁਣ ਸਾਡੀ ਸੜਕ 6 ਫੁੱਟ ਉੱਚਾ ਹੋ ਗਿਆ, ਸਾਰਾ ਪਿੰਡ ਡੁੱਬੂਗਾ, ਕੋਈ ਨਿਕਾਸੀ ਦਾ ਪ੍ਰਬੰਧ ਨਹੀਂ ਕਰਿਆ ਇਹਨਾਂ ਨੇ। ਇੱਕ ਮੈਂ ਹੋਰ ਵੀ ਜਿਹੜਾ ਹੈਗਾ, ਜਿਵੇਂ ਸਾਡਾ ਇੱਥੇ ਹੈਗਾ ਨਾ, ਪਹਿਲਾਂ ਵਾਲੀ ਗੱਲ ਵੀ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਕੈਮਰੇ ਸਾਹਮਣੇ। ਪਹਿਲਾਂ ਮੇਰਾ ਮਸਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਲੜਦੀ ਸੀ। ਸਾਡੇ ਇਕਾਈ ਪ੍ਰਧਾਨ ਨੇ ਬਕਾਇਦਾ 2 ਲੱਖ ਰੁਪਏ ਦੀ ਵੀ ਮੇਥੋਂ ਮੰਗ ਕੀਤੀ ਵੀ ਤਾਂ ਵਾਲੇ ਲੀਡਰਾਂ ਦਾ ਤੂੰ ਖੜਾ ਛੱਡ ਦੇ, ਬਲਾਕ ਦਾ ਖੜਾ ਛੱਡ ਦੇ, ਜ਼ਿਲ੍ਹੇ ਦਾ ਖੜਾ ਛੱਡ ਦੇ, 2 ਲੱਖ ਰੁਪਈਆ ਮੈਨੂੰ ਦੇ ਦੇਵੇ ਤੇ ਮੈਂ ਉਹਦੇ ਪੈਸੇ ਦਵਾ ਦੇਣਾ। ਮੈਨੂੰ ਡਾਇਰੈਕਟਲੀ ਨਹੀਂ ਕਿਹਾ, ਮੇਰੇ ਹੋਰ ਬੰਦਿਆਂ ਨੂੰ ਕਿਹਾ। ਹਾਂ, ਪਰ ਉਹ ਗੱਲ ਰਿਸ਼ਵਤ ਦੇ ਖਿਲਾਫ ਹੋਣ ਕਰਕੇ ਉਹਨਾਂ ਨੇ ਉਹਨੂੰ ਜਵਾਬ ਵੀ ਇਹ ਦਿੱਤਾ ਵੀ ਤੈਨੂੰ 2 ਰੁਪਏ ਵੀ ਨਹੀਂ ਦੇਣੇ, ਉਹਨੇ ਪੈਸੇ ਦੇਣ ਦੀ ਗੱਲ ਤਾਂ ਦੂਰ ਹੈ। ਇਹ ਮੰਗ ਯੂਨੀਅਨ ਦੇ ਆਗੂ ਨੇ ਉਠਾਈ ਸੀ। ਯੂਨੀਅਨ ਦਾ ਇਕਾਈ ਪ੍ਰਧਾਨ ਗੁਰਨਾਮ ਸਿੰਘ ਜਿਹੜਾ ਹੈਗਾ ਸਾਡੇ ਮਾਛੀ ਕਹਿੰਦਾ, ਤੁਸੀਂ ਦੇਖੋ ਵੀ ਸਾਡੇ ਪਿੰਡ ਜਥੇਬੰਦੀ ਬਹੁਤ ਜ਼ਬਰਦਸਤ ਆ, ਪਰ ਪਿੰਡ ਨੂੰ ਬਚਾਉਣ ਵਾਸਤੇ ਉਹਨਾਂ ਦਾ ਵੀ ਕੋਈ ਅਹਿਮ ਰੋਲ ਨਹੀਂਗਾ। ਉਹ ਵੀ ਪਿੰਡ ਨੂੰ, ਅਸੀਂ ਵਾਰ-ਵਾਰ ਉਹਨਾਂ ਨੂੰ ਬੇਨਤੀਆਂ ਵੀ ਕਰ ਚੁੱਕੇ ਹਾਂ ਵੀ ਦੇਖੋ ਜਥੇਬੰਦੀਆਂ ਤਾਂ ਸਰਬ ਸਾਂਝੀਆਂ ਹੁੰਦੀਆਂ, ਲੋਕਾਂ ਲਈ ਹੁੰਦੀਆਂ, ਵੀ ਤੁਸੀਂ ਆਪਣੇ ਪਿੰਡ ਨਾਲ ਇੰਨਾ ਧੱਕਾ ਹੋ ਰਿਹਾ। ਦੇਖੋ ਆਪਾਂ ਦਿੱਲੀ ਅੰਦੋਲਨ ਲੜ ਰਹੇ ਹਾਂ, ਦਿੱਲੀ ਦੇ ਵਿੱਚ ਆਪਾਂ ਕਹਿ ਰਹੇ ਹਾਂ ਵੀ ਅਸੀਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਹਾਂ, ਤੇ ਇੱਥੇ ਕਾਰਪੋਰੇਟ ਘਰਾਣਾ ਜ਼ਬਰਦਸਤੀ ਆਪਣੇ ਪਿੰਡ ਨੂੰ ਖੂਹ ਦੇ ਵਿੱਚ ਸਿੱਟ ਕੇ ਸੜਕ ਬਣਾ ਰਿਹਾ। ਪਰ ਵਿਰੋਧ ਕਰਨ ਦੀ ਬਜਾਏ ਸਾਡੇ ਪ੍ਰਧਾਨ ਤੇ ਹੋਰ ਸਾਥੀਆਂ ਨੇ ਜਿੱਦੇ ਕੰਮ ਸਟਾਰਟ ਹੋਇਆ ਇੱਥੇ ਲੱਡੂ ਵੰਡੇ ਆ, ਲੱਡੂ ਖਾਧੇ ਆ। ਤੇ ਪਰ ਪਤਾ ਨਹੀਂ ਇਹ ਵੀਰਾਂ ਨੂੰ ਕਿਉਂ ਡਰ ਆ, ਉਹਨਾਂ ਤੋਂ ਜਿਹੜੀ ਸੱਚਾਈ ਗੱਲ ਕਿਉਂ ਨਹੀਂ ਕਹਿ ਰਹੇ, ਪਤਾ ਨਹੀਂ। ਇਹਨਾਂ ਦੀ ਖੁਦ ਹੀ ਪੈਲੀ ਆ, ਜਿਹੜੇ ਇਹਨਾਂ ਦੀ ਪੈਲੀ ਦੇ ਪੈਸੇ ਕੋਈ ਮਤਲਬ ਕਿ ਹੋਰ ਪਾਰਟੀ ਚੱਕ ਗਈ ਹੈ, ਇਹਨਾਂ ਦੀ ਜਿਹੜੀ ਮਾਲਕੀ ਹੈ ਇਹਨਾਂ ਦੀ ਰਿਕਵਾਇਰ ਹੋਈ ਆ। ਜਾਣੀ ਇਹਨਾਂ ਦੀਆਂ ਗੱਲਾਂ ਮੈਨੂੰ ਬੋਲਣੀਆਂ ਪੈ ਰਹੀਆਂ। ਜੀ ਆ ਵਾਪਰਾ ਜੀ, ਤੁਹਾਡੀ ਪੈਲੀ ਵੀ? ਹਾਂਜੀ, ਸਾਡੀ ਪੈਲੀ ਵੀ ਗਈ ਤੇ ਸਾਨੂੰ ਪੈਸੇ ਵੀ ਨਹੀਂ ਮਿਲੇ। ਹਾਂਜੀ ਹਾਂਜੀ, ਇੱਕੋ ਹੀ ਗੱਲ ਹੈ ਸਾਡੀ, ਜਾਣੀ ਪੈਸੇ ਸਾਨੂੰ ਮਿਲੇ ਨਹੀਂ। ਪੈਸੇ ਸਾਡਾ ਉਹ ਜਗਜੀਤ ਸਿੰਘ ਇੱਕ ਭਰਾ ਹੀ ਲੈ ਗਿਆ ਚੱਕ ਕੇ, ਸਾਡੀ ਪੈਲੀ ਸਾਡੀ ਕੱਟੀ ਗਈ। ਉਹ ਆਪਣੇ ਸਾਡੀਆਂ ਲਿਮਟਾਂ ਬਣਾਈਆਂ ਵੀਆਂ, ਲਿਮਟਾਂ ਵਾਲੇ ਉਹ ਜਿਹੜੇ ਬੈਂਕ ਵਾਲੇ ਉਹ ਕਹਿੰਦੇ ਤੁਹਾਡੀ ਪੈਲੀ ਕੱਟੀ ਗਈ, ਪੈਲੀ ਘਟ ਗਈ, ਤੁਹਾਡੀ ਪੈਲੀ ਪੂਰੀ ਕਰੋ ਤੁਸੀਂ ਸਾਡੀ ਇੱਥੇ ਲਿਮਟ ਵਾਲੀ 'ਚ। ਹਾਂਜੀ ਹਾਂ, ਉਹ ਕਹਿੰਦੇ ਸਾਨੂੰ ਕਹਿੰਦੇ 20% ਨਾਲ ਉਹ ਪੈਸੇ ਚੁਕਾ ਗਈ, ਸਾਡਾ 20-22 ਲੱਖ ਰੁਪਇਆ ਚੱਕ ਕੇ ਲੈ ਗਏ। ਉਹ ਕੱਲਾ ਜਗਜੀਤ ਸਿੰਘ ਨੂੰ ਚੁਕਾਤੇ, ਆਪਣਾ ਜਾਗਾ ਸਾਡਾ ਦੂਜੇ ਘਰ ਵਾਲਾ, ਇੱਕ ਨੂੰ ਹੀ ਚੁਕਾਤੇ ਪੈਸੇ ਸਾਡਾ 20-22 ਲੱਖ ਰੁਪਇਆ। ਗ੍ਰਾਮ ਪੰਚਾਇਤ ਨੇ ਤਾਂ ਲਿਖਿਆ ਇਹਦੇ ਵਿੱਚ ਵੀ ਜਿਹਦਾ ਕੋਈ ਮਕਾਨ ਬਣਾਇਆ ਵੀ ਉਹਨੂੰ ਦਿੱਤਾ ਜਾਵੇ। ਪਟਵਾਰੀ ਨੇ ਉਹ ਸਾਰੇ ਕਾਨੂੰਨ ਸਿੱਕੇ ਟੰਗ ਕੇ ਵੀ ਮੈਨੂੰ ਤਾਂ ਪੰਚਾਇਤ ਦਾ ਲਿਖ ਕੇ ਦਿੱਤਾ ਵਾ ਜੀ, ਮੈਂ ਤਾਂ ਉਹਦੇ ਹਿਸਾਬ ਨਾਲ ਜਿਹਦੀ ਪੈੜੀ ਵੀ ਆ ਗਈ ਉਹਨੂੰ ਵੀ ਕਹਿੰਦਾ ਵੀ ਤੂੰ ਕੱਢ 20% ਤੇ ਲੈ ਪੈਸੇ, ਆਪੇ ਦੂਜਾ ਤੁਰਿਆ ਫਿਰੂਗਾ। ਮਤਲਬ ਸ਼ਰੇਆਮ ਧੱਕਾ। ਇੰਨੀ ਵਾਰ ਐਸਡੀਐਮ ਨੂੰ ਮਿਲੇ, ਉਹਨੂੰ ਕਿਹਾ, ਡੀਸੀ ਨੂੰ ਕਿਹਾ। ਅਸੀਂ ਇਸ ਗੱਲ ਦੇ ਆਧਾਰ ਤੇ ਨਾ ਕੋਈ ਇਹਦੇ 'ਚ ਲਿਖਿਆ ਵਾ, ਨਾ ਇਹਦੇ ਕੋਈ ਨੰਬਰ ਆ, ਨਾ ਇਹਦਾ ਗ੍ਰਾਮ ਪੰਚਾਇਤ ਦੀ ਕੋਈ ਉਹਦੇ ਲਿਖਤ ਦੇ ਵਿੱਚ ਆ। ਸਾਰੇ ਕਾਨੂੰਨ ਸਿੱਕੇ ਟੰਗ ਕੇ ਉਹਨੇ ਇਸੇ ਤੇ ਹੀ ਕਰਤਾ। ਅਸੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਪ੍ਰੋਜ਼ਾਰ ਅਪੀਲ ਕਰਦੇ ਹਾਂ ਵੀ ਜੋ ਸਾਡੇ ਪਿੰਡ ਘਪਲਾ ਹੋਇਆ ਇਸ ਦੀ ਜਾਂਚ ਕਰਾਈ ਜਾਵੇ ਤੇ ਇਨਸਾਫ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਵੇ, ਤਾਂ ਕਿ ਚੰਨੀ ਜੀ ਤੁਹਾਡਾ ਸਾਡੇ ਪਿੰਡ ਵੱਲੋਂ ਵੀ ਧੰਨਵਾਦ ਹੋ ਸਕੇ। ਅੱਛਾ, ਇੱਕ ਗੱਲ ਦੱਸਿਓ, ਤੁਹਾਡੇ ਹਲਕੇ ਦੇ ਐਮਐਲਏ ਆ ਮਨਜੀਤ ਬਲਾਸਪੁਰ ਆਏ ਤੁਹਾਡੀ ਗੱਲਬਾਤ ਸੁਣ, ਕਿਉਂਕਿ ਦੁੱਖ ਵਿਧਾਇਕ ਹੈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇ ਸਰਕਾਰ 'ਚ ਨਹੀਂ ਤਾਂ ਵਿਰੋਧੀ ਧਿਰ ਦੇ ਵਿੱਚ ਹੈ, ਮੁੱਦਾ ਤਾਂ ਵੱਡੇ ਪੱਧਰ ਤੇ ਉਠਾ ਸਕਦੇ। ਅਸੀਂ ਜਿਹੜਾ ਆਪਦਾ ਮਸਲੇ ਤੋਂ ਬਿਨਾ ਆਪਦਾ ਅਸੀਂ ਪਿੱਛੇ ਰੱਖਿਆ ਸੀ, ਪਿੰਡ ਪੱਧਰੀ ਮੂਹਰੇ ਰੱਖਿਆ ਸੀ। ਪਿੰਡ ਪੱਧਰੀ ਮਸਲੇ ਤੇ ਮਨਜੀਤ ਸਾਹਿਬ ਦੇ ਅਸੀਂ ਘਰੇ ਗਏ ਆ। ਠੀਕ ਹੈ। ਬਿਨਾਂ ਵਿਸ਼ਵਾਸ ਤੋਂ ਉਹਨਾਂ ਨੇ ਸਾਡੇ ਪੱਲੇ ਕੁਝ ਨਹੀਂ ਪਾਇਆ। ਇੱਥੋਂ ਦੀ ਉਹਨਾਂ ਦਾ ਅਪ ਡਾਊਨ ਆ।
ਇੱਕ ਆਮ ਆਦਮੀ ਸਰਕਾਰ ਦਾ ਉਹ ਐਮਐਲਏ ਆ ਤੇ ਇੱਕ ਆਮ ਆਦਮੀ ਉਹਨਾਂ ਨੂੰ ਤਕਰੀਬਨ 2.5 ਮਹੀਨੇ ਤੋਂ ਸੜਕ ਤੇ ਰੋਲ ਰਿਹਾ, ਸਮੇਤ ਪਰਿਵਾਰ ਬੱਚਿਆਂ ਦੇ ਰੋਲ ਰਿਹਾ ਤੇ ਉਹਨਾਂ ਨੂੰ ਦਿਖਾਈ ਨਹੀਂ ਦਿੱਤਾ। ਉਹ ਸਾਡੇ ਇੱਥੇ ਮਸਲਾ ਹੋਇਆ ਸੀ, ਉਹੀ ਸਮਰਾਏਦਾਰ ਧਿਰਨਾ ਉਹ ਇੱਥੇ ਆ ਕੇ ਸਾਡੇ ਗਾਈਆਂ ਭੁੱਖਮਰੀ ਨਾਲ ਮਰਦੀਆਂ ਸੀ, ਉਹਦੀ ਖਬਰ ਲੱਗੀ ਆ ਤੇ ਉਹੀ ਸਮਰਾਏਦਾਰ ਧਿਰਨਾ ਆ ਕੇ ਉਹ ਬੈਠਾ ਇੱਥੋਂ ਧਰਨੇ ਦੇ ਕੋਲ ਦੀ ਲੰਘ ਗਿਆ। ਉਹਨੇ ਸਾਨੂੰ ਇਹ ਨਹੀਂ ਪੁੱਛਿਆ ਵੀ ਤੁਸੀਂ ਇੱਕ ਆਮ ਬੰਦੇ 2.5-3 ਮਹੀਨੇ ਤੋਂ ਰੋਲ ਰਹੇ ਹੋ, ਕਿਉਂ ਰੋਲ ਰਹੇ ਹੋ। ਤੇ ਖੀਰ ਉਹ ਅਸੀਂ ਜਿਹੜਾ ਉਹਦੀਆਂ ਖਬਰਾਂ ਵੀ ਲੱਗੀਆਂ ਵੀ ਆਮ ਬੰਦੇ ਨੂੰ ਉਹਨੇ ਪੁੱਛਿਆ ਨਹੀਂ। ਇੱਕ ਦਿਨ ਇੱਥੇ ਖਾਨਾ ਪੂਰਤੀ ਕਰਨ ਦੀ ਉਹ ਲਈ ਉਹ ਇੱਥੇ 10-20 ਮਿੰਟ ਰੁਕੇ ਆ ਤੇ ਉਹ ਸੋਮਵਾਰ ਦਾ ਵਾਅਦਾ ਕਰਕੇ ਗਏ ਵੀ ਐਸਡੀਐਮ ਨੂੰ ਮੈਂ ਕਹਿ ਕੇ ਮਸਲੇ ਹੱਲ ਕਰਾਊਂਗਾ, ਪਿੰਡ ਪੱਧਰੀ ਮਸਲੇ ਵੀ ਹੱਲ ਕਰਾਊਂਗਾ। ਉਹ ਫਿਰ ਤੁਹਾਨੂੰ ਪਤਾ ਵੀ ਇਹਨਾਂ ਦੇ ਵਾਅਦੇ ਹੀ ਰਹਿ ਜਾਂਦੇ ਹੁੰਦੇ ਆ ਤੇ ਉਹ ਵਾਅਦਾ ਹੀ ਰਹਿ ਗਿਆ ਤੇ ਉਦੋਂ ਮੁੜ ਕੇ ਉਹਨਾਂ ਨੇ ਕੋਈ ਖਬਰਸਾਰ ਨਹੀਂ ਲਈ, ਕੋਈ ਪਿੰਡ ਪੱਧਰੀ। ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਸਾਡੇ ਹਲਕੇ ਦੇ ਐਮਐਲਏ ਹੋ ਤੇ ਤੁਸੀਂ ਸਾਡੇ ਪਿੰਡ ਦਾ ਉਹਦਾ ਕੋਈ ਵਿਕਾਸ ਕਾਰਜਾਂ ਦੇ ਬਾਰੇ ਤੁਸੀਂ ਦੇਖੋ ਵੀ ਸਾਡੇ ਪਿੰਡ ਦਾ ਕਿੰਨਾ ਬੁਰਾ ਹਾਲ ਹੋ ਰਿਹਾ, ਤੁਸੀਂ ਦੇਖੋ ਤੁਹਾਡੇ ਅਪ ਡਾਊਨ ਦੇ 2-2 ਗੇੜੇ ਇੱਥੋਂ ਦੀ ਲੰਘਦੇ ਹੋ। ਤੇ ਉਹ ਪਿੰਡ ਦਾ ਤਾਂ ਦੂਰ ਦੀ ਗੱਲ, ਉਹਨਾਂ ਨੂੰ ਤੇ ਇੱਕ ਆਮ ਬੰਦਾ ਇੱਥੇ ਸੜਕ ਤੇ ਰੋਲ ਰਿਹਾ ਨਹੀਂ ਦਿਸਿਆ ਆਮ ਆਦਮੀ ਦੇ ਐਮਐਲਏ ਨੂੰ। 15 ਕਿੱਲੇ ਉਹਦਾ ਘਰ ਸਾਰਾ 15 ਕਿੱਲੇ ਵਾਟ ਆ, ਉਹਨੂੰ ਤਾਂ ਘਰੋਂ ਬੈਠੇ ਦਿੰਦੇ ਆ ਸਾਰੇ। ਜੇ ਆਪਦੇ ਕੋਠੇ ਤੇ ਚੜਦਾ ਤਾਂ ਉਹਨੂੰ ਧਰਨਾ ਦਿੰਦਾ ਤੇ ਪਰ ਦਿੰਦਾ ਨਹੀਂਗਾ। ਇਹੀ ਹਾਲ ਸਾਡੇ ਹਲਕਾ ਬਦਨ ਇੰਚਾਰਜ ਜਿਹੜੀ ਕਾਂਗਰਸ ਦੀ ਸੀ ਉਹਦਾ ਹਾਲ ਰਿਹਾ। ਭਾਗੀ ਕਿਆ ਤੋਂ ਜੇ ਪਹਿਲਾ ਪਿੰਡ ਆਉਂਦਾ ਤਾਂ ਮਾਛੀ ਕੇ ਆਉਂਦਾ ਤੇ ਦੋਨਾਂ ਵਿਧਾਇਕਾਂ ਨੇ ਅਣਗੌਲੀ ਕਰੀ ਆ, ਅੱਖਾਂ ਮੀਚ ਕੇ ਰੱਖੀਆਂ ਪੂਰੇ 5 ਸਾਲ। ਠੀਕ ਹੈ। ਅੱਛਾ, ਇਹਦੇ ਨਾਲ ਪਿੰਡ ਨੂੰ ਜਿਵੇਂ ਹੁਣ ਸੜਕ ਨੰਗੀ ਹੈ, ਇਹਦੇ ਨਾਲ ਪਿੰਡ ਨੂੰ ਜਿਵੇਂ ਤੁਸੀਂ ਕਿਹਾ ਵੀ ਜ਼ਮੀਨ ਐਕਵਾਇਰ ਕਰਨ ਦਾ ਤੇ ਉਸ ਤੋਂ ਬਾਅਦ ਤੁਸੀਂ ਕਿਹਾ ਹੋਰ ਕਈ ਸਮੱਸਿਆਵਾਂ, ਹੋਰ ਕਿਹੜੀਆਂ ਸਮੱਸਿਆਵਾਂ ਹੋਰ ਜਿਹੜੀਆਂ ਉਹ ਪਿੰਡ ਨੂੰ ਆਉਣਗੀਆਂ ਜੇ ਇਹ ਜਿਹੜਾ ਇਹ ਰੋਡ ਬਣਦਾ ਉਹਦੇ ਨਾਲ ਪਿੰਡ 2 ਹਿੱਸਿਆਂ 'ਚ ਵੰਡੇ ਜਾਣ ਕਰਕੇ। ਮੈਂ ਦੱਸਦਾ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਇਹ ਬੇਨਤੀ ਹੈ ਜੀ, ਅਸੀਂ 2017 ਤੋਂ ਇਹ ਘੋਲ ਕਰ ਰਹੇ ਹਾਂ। ਸਾਨੂੰ ਪਤਾ ਲੱਗ ਗਿਆ ਸੀਗਾ ਵੀ ਹੁਣ ਸਾਡਾ ਪਿੰਡ 2 ਹਿੱਸਿਆਂ 'ਚ ਵੰਡਿਆ ਜਾਏਗਾ। ਠੀਕ ਹੈ। ਤੇ ਉਸ ਟਾਈਮ ਤੇ ਮੈਂ ਇਕੱਠ ਕੀਤਾ ਇੱਥੇ ਆ ਵਿੱਚ ਇਹਦੇ ਅਖਬਾਰਾਂ ਦੀਆਂ ਕਟੀਆਂ ਵੀ ਲੱਗੀਆਂ ਹੋਈਆਂ। ਠੀਕ ਹੈ ਜੀ। ਤੇ ਹੋਰ ਅਸੀਂ 21 22 ਪ੍ਰੂਫ ਇਕੱਠੇ ਕਰੇ ਆ ਇਹ, ਜਿਹਦੇ ਵਿੱਚ 300-400 ਬੰਦੇ ਦੇ ਦਸਤਖਤ ਤੇ ਫੋਨ ਨੰਬਰ ਵੀ ਲਿਖੇ ਹੋਏ ਆ। ਠੀਕ ਹੈ। ਤੇ ਬਾਕੀ 11 ਪਿੰਡਾਂ ਦੀਆਂ ਅਸੀਂ ਲੈਟਰ ਪੈਡਾਂ ਯਾਨੀ ਲੋਕਾਂ ਦੇ ਸਰਪੰਚਾਂ ਦੇ ਦਸਤਖਤ ਤੇ ਮੋਹਰਾਂ ਤੇ ਮੈਂਬਰਾਂ ਦੀਆਂ ਸਮੇਤ ਤੇ 11 ਪਿੰਡਾਂ ਦੀਆਂ ਉਹ ਵੀ ਅਸੀਂ ਇਕੱਠੀਆਂ ਕਰੀਆਂ, ਜੋ ਕਿ ਇੱਥੋਂ ਨਿਹਾਲੇ ਵਾਲ ਲੰਘਦੇ ਆ। ਸਾਡੇ ਪਿੰਡ ਮੇਨ ਉਹਨਾਂ ਨੂੰ ਨੇੜੇ ਨਿਹਾਲ ਸਿੰਘ ਵਾਲਾ ਹੀ ਪੈਂਦਾ, ਹੋਰ ਕੋਈ ਸ਼ਹਿਰ ਨਹੀਂ ਪੈਂਦਾ। ਇਸ ਲਈ ਉਹਨਾਂ ਨੇ ਵੀ ਦੁੱਖੜੇ ਸਾਡੇ ਕੋਲ ਰੋਏ ਵੀ ਤੁਸੀਂ ਸੰਘਰਸ਼ ਕਰੋ, ਅਸੀਂ ਤੁਹਾਡਾ ਸਾਥ ਦੇਵਾਂਗੇ। ਠੀਕ ਹੈ ਜੀ। ਤੇ ਅਸੀਂ ਉਸ ਟਾਈਮ ਫਿਰ ਦੁਆਰੇ ਸਾਡਾ ਪਹਿਲਾਂ ਤਾਂ 25 ਦਸੰਬਰ ਨੂੰ 2017 ਨੂੰ ਇਕੱਠ ਹੋਇਆ ਸੀਗਾ ਗੁਰਦੁਆਰੇ। ਕੋਈ 200-250 ਬੰਦਾ ਇਕੱਠਾ ਹੋਇਆ ਉਹਦੇ 'ਚ ਤੇ ਮੇਰੇ ਨਾਲ 100 ਬੰਦਾ ਉੱਠ ਕੇ ਉਹਦੇ 150 ਬੰਦਾ ਮੇਰੇ ਪੱਖ 'ਚ ਹੋ ਗਿਆ ਵੀ ਤੂੰ ਦੱਸ ਫਿਰ ਆਪਾਂ ਕਿਵੇਂ ਕਰੀਏ। ਫਿਰ ਮੈਂ ਉਹਨਾਂ ਨੂੰ ਨਾਲ ਲੈ ਕੇ ਜੀ ਸਾਰੇ ਦੋਸਤਾਂ ਨੂੰ ਤੇ ਪਿੰਡਾਂ 'ਚੋਂ ਸਾਰੇ ਲੈਟਰ ਪੈਣਾ ਇਕੱਠੀਆਂ ਕਰੀਆਂ ਤੇ ਪੰਚਾਇਤਾਂ ਨੂੰ ਅਸੀਂ ਮਿਲੇ ਸਾਰਿਆਂ ਨੂੰ ਜਿਹੜੇ ਇਸੋਂ ਦੀ ਲੰਘਦੇ ਹੈਗੇ ਨਿਹਾਲ ਸਿੰਘ ਵਾਲੇ ਨੂੰ। ਤੇ ਉਹ 11 ਪਿੰਡ ਸੀਗੇ ਤੇ ਉਸ ਤੋਂ ਬਾਅਦ ਅਸੀਂ ਤੇ ਮੈਂ ਫਿਰ ਉਦੋਂ ਬਾਅਦ 1-2 ਦਿਨਾਂ 'ਚ ਨਕਸ਼ਾ ਵੀ ਤਿਆਰ ਕੀਤਾ ਪਿੰਡ ਦਾ। ਉਹਦੇ ਉੱਤੇ ਨਕਸ਼ੇ ਦੇ ਵਿੱਚ ਮੈਂ ਆਪਦੇ ਪਿੰਡ ਦਾ ਵੀ ਨਕਸ਼ਾ ਬਣਾਇਆ ਤੇ ਡਰੇਨ ਤੇ ਸੂਏ ਦੇ ਸੰਨ 'ਚ ਜਿਹੜਾ ਸਾਨੂੰ ਰੌ ਦਾ ਪਾਣੀ ਘੇਰਦਾ ਆ ਕੇ ਪਿੰਡ ਨੂੰ ਸਾਡੇ ਨੂੰ ਉਹ ਵੀ ਦਰਸਾਇਆ ਗਿਆ ਵਿੱਚ ਇਹਦੇ। ਤੇ ਪਿੰਡ ਵੀ ਦਰਸਾਏ ਗਏ ਜਿੱਥੇ ਪਿੰਡ ਹੈਗੇ 11 ਇਹ ਉਹ ਪਿੰਡਾਂ ਦੇ ਨਾਂ ਵੀ ਲਿਖੇ ਹੋਏ ਨਾਲ ਦੀ ਨਾਲ ਜਿੱਥੇ ਪਿੰਡ ਹੈਗਾ ਉਹਨਾਂ ਦਾ ਜਾਨੀ ਜਗ੍ਹਾ ਵੀ ਉਹ ਦਰਸਾਈ ਗਈ ਹੈ। ਠੀਕ ਹੈ। ਤੇ ਵੀ ਇੱਥੇ ਪਿੰਡ ਹੈਗੇ ਤੇ ਵੀ ਸਾਨੂੰ ਇਹ ਰੌ ਦਾ ਪਾਣੀ ਵੀ ਘੇਰਦਾ ਤੇ ਵੀ ਸਾਨੂੰ ਜ਼ਰੂਰੀ ਲੋੜ ਹੈਗੀ ਵੀ ਪੁਲ ਤੋਂ ਬਿਨਾਂ ਸਾਡਾ ਜਮੇ ਨਹੀਂ ਸਰਨਾਗਾ। ਜੇ ਅਸੀਂ ਕੱਟ ਤੁਸੀਂ ਛੱਡਦੇ ਆ, ਕੱਟ ਦੇ ਵਿੱਚ ਵੀ ਐਕਸੀਡੈਂਟ ਸਾਡੇ ਬਹੁਤ ਜ਼ਿਆਦਾ ਹੋਣਗੇ ਤੇ ਹੁਣ ਤੱਕ 70-80 ਐਕਸੀਡੈਂਟ ਹੋ ਚੁੱਕੇ ਆ, ਜਿਹਦੇ ਵਿੱਚ 25-30 ਮੌਤਾਂ ਵੀ ਹੋ ਚੁੱਕੀਆਂ ਤੇ ਉਹ ਸਾਨੂੰ ਬਹੁਤ ਦੁੱਖ ਹੈ ਇਸ ਗੱਲ ਦਾ। ਸਾਡੇ ਅਖੰਡ ਪਾਠ ਵੀ ਪ੍ਰਕਾਸ਼ ਕਰਾਇਆ ਉਸ ਦੇ ਪੱਖ 'ਚ ਵੀ ਇਹ ਮਾੜੀ ਗੱਲ ਹੋ ਗਈ। ਤੇ ਹੁਣ ਸਾਡੀ ਤਾਂ ਇਹੀ ਬੇਨਤੀ ਹੈ ਵੀ ਪ੍ਰਸ਼ਾਸਨ ਨੂੰ ਵੀ ਸਾਡੇ ਵੱਲ ਨਿਗਾਹ ਮਾਰੇ। ਇੰਨੇ ਚਿਰ ਦੇ ਅਸੀਂ 6-7 ਸਾਲ ਦੇ ਘੋਲ ਕਰ ਰਹੇ ਹਾਂ। ਬਾਕੀ ਅਸੀਂ 3 ਵਾਰੀ ਮਨਜ਼ੂਰੀ ਵੀ ਦਵਾ ਲਈ ਹੈ, ਡੀਸੀ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ ਤੇ 2020 ਚ 20 ਮਾਰਚ ਨੂੰ ਉਦੋਂ ਫਿਰ ਅਸੀਂ ਇੱਥੇ ਆ ਕੇ ਜਦੋਂ ਕਢਾਉਣ ਦੀ ਕੋਸ਼ਿਸ਼ ਕੀਤੀ, ਇੱਥੇ ਵੀ ਸਾਨੂੰ ਟਾਲ ਮਟੋਲ ਕੀਤਾ ਗਿਆ ਵੀ ਸਾਡਾ ਕੰਮ ਨਹੀਂ ਕੀਤਾ ਗਿਆ। ਵੀ ਉਹਨਾਂ ਨੇ ਹੁਕਮ ਕਰਤਾ ਸੀ ਵੀ ਪੁਲ ਵਾਲ ਦਾ ਬਣਵਾਓ, ਜ਼ਰੂਰੀ ਲੋੜ ਆ ਤੁਹਾਨੂੰ। ਹਾਂਜੀ। ਪੈਲੀਆਂ ਦਾ ਰੌਲਾ ਹੈ ਉਹ, ਇਹਨਾਂ ਦਾ ਪੈਲੀਆਂ ਦਾ ਰੌਲਾ ਉਹ ਇਹ ਆਪ ਨਿਬੇੜਨਗੇ। ਜਿਹੜਾ ਸਾਨੂੰ ਤਾਂ ਨਾਂਗੇ ਦਾ ਰੌਲਾ ਵੀ ਮਿਲਣਾ ਚਾਹੀਦਾ ਦੋਨਾਂ ਪਿੰਡਾਂ ਨੂੰ। ਠੀਕ ਹੈ। ਸਾਡੇ ਤਾਂ ਜਵਾਕ 'ਚ ਦੁਨੀਆ ਮਰ ਜੂਗੀ, ਇਹ ਜ਼ਰੂਰੀ ਗੱਲ ਹੈ। ਹਾਂ, ਨਾਂਗਾ 2 ਪਿੰਡਾਂ ਦੇ ਵਿੱਚ ਨਾਂਗਾ ਤੁਹਾਡਾ ਮੁੱਖ ਮਸਲਾ ਹੈ। ਮੁੱਕ ਸਕਦਾ ਵੀ ਸਭ ਬੰਦ ਹੈ, ਆਉਣ ਜਾਣ ਦੁੱਖ ਸੁੱਖ ਸਾਰਾ ਬੰਦ ਹੈ। ਠੀਕ ਹੈ ਨਾ। ਇਹ ਹੁਣ ਪਿੰਡ 2 ਹਿੱਸਿਆਂ 'ਚ ਵੰਡਤਾ, 2 ਹਿੱਸਿਆਂ 'ਚ ਪਿੰਡ ਵੰਡਤਾ। ਤੁਸੀਂ ਚਾਹੁੰਦੇ ਪਿੰਡ ਦੇ ਵਿੱਚ ਇੱਕ ਰਾਹ ਦਿੱਤਾ ਜਾਵੇ, ਪਿੰਡ ਜੁੜਿਆ ਰਹੇ। ਉਧਰ ਉਹਦੀ ਦੁੱਖ ਸੁੱਖ ਵੇਲੇ ਅਗਲਾ ਬੰਦਾ ਜਾਣ ਆਉਣ ਕਿਵੇਂ ਹੋ, ਕੋਈ ਜਾ ਨਹੀਂ ਸਕਦਾ।
ਠੀਕ ਹੈ ਨਾ ਭਰਾਵਾ, ਇਹਦੀ ਕੋਈ ਚੋਰੀ ਨਹੀਂ। ਜਿਹੜਾ ਇਹਨਾਂ ਦੇ ਹੋਰ ਮਸਲੇ ਆ ਉਹ ਇਹ ਆਪਦੇ ਆਪ ਕਹਿਣਗੇ। ਇਹ ਗੱਲ ਹੈ ਵੀ ਜਿਹੜਾ ਪਿੰਡ ਦਾ ਮਸਲਾ ਉਹ ਇਹ ਹੈ। ਦੂਜਾ ਮਸਲਾ ਜ਼ਮੀਨ ਐਕਵਾਇਰ ਕਰਨ ਦਾ। ਆ ਬਜ਼ੁਰਗ ਬੈਠੇ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਕਿਵੇਂ ਹੈ ਜੀ ਧਰਨੇ ਤੇ ਬੈਠਿਆਂ ਨੂੰ ਇੱਕ ਮੰਗ ਲੈ ਕੇ ਬੈਠੇ ਹੋ, ਕਿਉਂ ਨਹੀਂ ਪ੍ਰਸ਼ਾਸਨ ਗੌਰ ਕਰਦਾ? ਫਿਰ ਤੁਹਾਡਾ ਹਿਸਾਬ ਕੀ ਲੱਗਦਾ? ਮੇਰਾ ਤਾਂ ਹਿਸਾਬ ਹੈ ਸਾਰਾ ਪ੍ਰਸ਼ਾਸਨ ਸੁੱਤਾ ਪਿਆ। ਅਸੀਂ ਐਟਮ ਕੋਲੇ ਵੀ ਜਾ ਕੇ ਆਏ ਹਾਂ। ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਨਾ ਪਰਸੋਂ ਸਾਡੀ ਮੀਟਿੰਗ ਹੈ, ਡੀਸੀ ਸਾਰੇ ਏਸੀ ਵਗੈਰਾ ਸਾਰੇ ਆਉਣਗੇ, ਅਸੀਂ ਉਸ ਤੋਂ ਬਾਅਦ ਫੈਸਲਾ ਲਵਾਂਗੇ ਤੇ ਤੁਹਾਨੂੰ ਦੱਸਾਂਗੇ। ਉਹ ਸਾਰੇ ਆ ਕੇ ਚਲੇ ਗਏ, ਸਾਨੂੰ ਕਿਸੇ ਨੇ ਨਹੀਂ ਪੁੱਛਿਆ। ਤੇ ਸਾਡਾ ਸਰਪੰਚ ਵੀ ਨਾਲ ਗਿਆ ਸੀ, ਸਾਰੇ ਗਏ ਸੀਗੇ ਅਸੀਂ ਮੈਂਬਰ, ਤੇ ਪਰ ਸਾਨੂੰ ਪੁੱਛਿਆ ਕਿਸੇ ਨੇ ਗੱਲ ਹੋਈ ਨਹੀਂ। ਅੱਛਾ, ਹੁਣ ਬਾਈ ਜੇ ਆਪਾਂ ਗੱਲ ਕਰਨੀ ਹੋਵੇ, ਹੁਣ ਕੀ ਲੱਗ ਰਿਹਾ ਕਿ ਕਿਵੇਂ ਮਸਲੇ ਦਾ ਹੱਲ ਹੋਵੇਗਾ? ਧਰਨੇ ਤੇ ਬੈਠਿਆਂ ਨੂੰ ਵੀ 2.5 ਮਹੀਨੇ ਹੋ ਗਏ ਤੁਹਾਨੂੰ। ਨਹੀਂ ਦੇਖੋ, ਜਿਹੜਾ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਵੀ ਅਸੀਂ ਤਾਂ ਜਿਹੜਾ ਸਾਡਾ ਮਸਲਾ ਜਿੱਥੋਂ ਤੱਕ ਮੁਆਵਜ਼ੇ ਦਾ, ਅਸੀਂ ਤਾਂ ਭਾਵੇਂ 2.5 ਮਹੀਨੇ ਹੋ ਗਏ ਤੇ ਭਾਵੇਂ 2.5 ਹੋਰ ਲੱਗ ਜਾਣ, ਭਾਵੇਂ 5 ਲੱਗ ਜਾਣ, ਅਸੀਂ ਤਾਂ ਆਪ ਦਾ ਜਿਹੜਾ ਹੱਕ ਆ ਅਸੀਂ ਤਾਂ ਲੈ ਕੇ ਉੱਠਣਾ। ਅਸੀਂ ਕਿਸੇ ਦਾ ਹੱਕ ਨਹੀਂ ਮੰਗਦੇ, ਅਸੀਂ ਆਪ ਦਾ ਮੰਗਦੇ ਹਾਂ, ਜਿਹਦੇ ਚ ਵਿੱਚ ਅਸੀਂ 101% ਆਪ ਦਾ ਸਹੀ ਬੈਠੇ ਹਾਂ, ਆਪਦੇ ਹੱਕ ਦੀ ਖਾਤਰ ਬੈਠੇ ਹਾਂ। ਜਿੱਥੋਂ ਤੱਕ ਪਿੰਡ ਪੱਧਰੀ ਮੰਗਾਂ ਹੈ, ਪਿੰਡ ਪੱਧਰੀ ਮੰਗਾਂ ਤੇ ਇਹ ਬੈਠੇ ਆ, ਸਾਡੇ ਹੋਰ ਪਿੰਡ ਦੇ ਆਏ ਬੈਠੇ, ਇੱਧਰ ਮੋਹਤਬਾਰ ਹੋਰ ਬੰਦੇ ਹੈਗੇ ਆ ਵੀ ਸਾਰੇ ਇਹ ਪਿੰਡ ਪੱਧਰੀ ਮੰਗਾਂ ਤੇ ਇਹ ਲੜ ਰਹੇ ਆ। ਜਿੱਥੋਂ ਤੱਕ ਸਾਡਾ ਮਸਲਾ ਹੈਗਾ, ਅਸੀਂ ਤਾਂ ਹੁਣ ਸਰਕਾਰ ਦੀ ਮਰਜ਼ੀ ਆ ਵੀ ਉਹ ਸਾਨੂੰ ਇੱਥੇ ਹੀ ਮਾਰਨਾ ਚਾਹੁੰਦੀ ਹੈ, ਇੱਥੇ ਮਾਰ ਦੇਵੇ, ਜਿਵੇਂ ਉਹਨਾਂ ਦਾ ਹੈਗਾ। ਜ਼ੋਰ ਜ਼ਬਰਦਸਤੀ ਕੀਤੀ ਹੈ ਤੁਹਾਡੇ ਨਾਲ? ਬਹੁਤ ਵਾਰੀ ਜੀ, ਬਹੁਤ ਵਾਰੀ। 2015 ਤੋਂ ਲੈ ਕੇ ਧੱਕਾ ਕਰਦੇ ਤੁਰੇ ਆਉਂਦੇ ਆ। 2015 ਤੋਂ ਲੈ ਕੇ ਹੀ ਜ਼ਬਰਦਸਤੀ ਜਿਹੜੀ ਸਾਡੀ ਪੈਲੀ ਤੇ ਇੱਥੇ ਤਕਰੀਬਨ 60-70 ਫੁੱਟ ਜਿਹੜੀ ਲੰਬਾਈ 'ਚ ਭਰਤ ਪਾਲੀ ਸੀਗੀ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਉਦੋਂ ਉਹ ਜਿਹੜੀ ਜਥੇਬੰਦੀ ਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਲੜਦੀ ਸੀ, ਉਹਦੇ ਝੰਡੇ ਹੇਠ ਜਿਹੜਾ ਹੈਗਾ ਇਹਨਾਂ ਦਾ ਅਫਸਰਾਂ ਦਾ ਘਰਾਓ ਕੀਤਾ ਗਿਆ। ਬਕਾਇਦਾ ਉਹ ਜਿਹੜਾ ਥਾਂ ਭਰਤ ਪਾਲੀ ਉਹ ਖਾਲੀ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਉਹ ਪਬਲਿਕ ਮੈਕ ਤੇ ਉਹ ਤੋਂ ਐਸਡੀਐਮ ਤੋਂ ਤਹਿਸੀਲਦਾਰ ਤੋਂ ਲਿਆ ਗਿਆ ਵੀ ਜਿੰਨਾ ਚਿਰ ਸਾਰੇ ਪਿੰਡ ਦੇ, ਕਿਉਂਕਿ ਮਸਲਾ ਠੀਕ ਆ, ਪੈਸੇ ਹੋਰ ਵੀ ਘੱਟੋ ਘੱਟ 50 ਪਰਿਵਾਰ ਆ ਜਿਨ੍ਹਾਂ ਨੂੰ ਨਹੀਂ ਮਿਲੇ। ਜਿੱਥੇ ਆ ਸੜਕ ਦਾ ਕੰਮ ਚੱਲੀ ਜਾਂਦਾ ਇੱਥੇ ਵੀ ਨਹੀਂ ਮਿਲੇ, ਉਹ ਨਹੀਂ ਲੜ ਰਹੇ, ਉਹ ਵੱਖਰੀ ਗੱਲ ਆ। ਤੇ ਅਸੀਂ ਤਾਂ ਮਸਲਾ ਸਾਰਾ ਲੈ ਕੇ ਚੱਲੇ ਸੀ, ਪਰ ਉਹ ਲੜਦਿਆਂ ਤੇ ਉਹਨਾਂ ਤੇ ਵੀ ਕਿਸੇ ਢਾਬ ਨਾਲ ਇੱਕ ਦਬਾਅ ਕਹਿ ਲਓ, ਕੁਛ ਪੈ ਲਓ ਕਹਿ ਲਓ ਵੀ ਉਹ ਸਾਨੂੰ ਛੱਡ ਗਏ ਆ। ਤੇ ਪਰ ਅਸੀਂ ਧੰਨਵਾਦੀ ਹਾਂ ਕਿਰਤੀ ਕਿਸਾਨ ਯੂਨੀਅਨ ਦੀ, ਨਿਰਭੈ ਸਿੰਘ ਢੁੱਡੀਕੇ, ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਲੜ ਰਹੇ ਆ ਸਾਡੇ ਇਸ ਮਸਲੇ ਤੇ। ਬਾਕੀ ਜੀ ਆਹ ਦੂਜਾ 11/8/2021 ਨੂੰ ਮਤਲਬ ਇਹ ਮਨਜ਼ੂਰੀ ਦਿੱਤੀ ਹੈ ਐਸਡੀਐਮ ਸਾਹਿਬ ਨੇ ਵੀ ਜਾ ਕੇ ਆਪਦਾ ਕੰਮ ਕਰਾ ਲਓ, ਤੁਹਾਨੂੰ ਜ਼ਰੂਰੀ ਲੋੜ ਆ ਪੁਲ ਦੀ, ਵੀ ਤੁਹਾਡਾ 15 ਪਿੰਡਾਂ ਦਾ ਸਰਨਾ ਨਹੀਂਗਾ, ਬਹੁਤ ਔਖਾ ਹੋ ਜਾਊਗਾ ਤੁਹਾਨੂੰ। ਇਸ ਨੇ ਦੋ ਫਾਈਲਾਂ ਸਾਡੀਆਂ ਪੜ੍ਹ ਲਈਆਂ ਸੀ, ਪਿਛਲੇ ਸਾਲ ਵੀ ਪੜ੍ਹ ਲਈ ਸੀ, ਪਰ ਅਸੀਂ 7-8 ਮਹੀਨਿਆਂ ਬਾਅਦ 2 ਫਾਈਲਾਂ ਦਿੰਦੇ ਸੀਗੇ, ਡੀਸੀ ਨੂੰ ਵੀ ਦਿੰਦੇ ਸੀਗੇ, ਐਸਡੀਐਮ ਨੂੰ ਵੀ ਦਿੰਦੇ ਸੀਗੇ। ਤੇ ਇਹ ਜਦੋਂ ਇਹ ਫਾਈਲ ਦਿੱਤੀ ਆ 11/8/2021 ਨੂੰ, ਉਦੋਂ ਮੇਰੇ ਕੋਲ 3 ਫਾਈਲਾਂ ਸੀਗੀਆਂ। ਅਸੀਂ ਡੀਸੀ ਨੂੰ ਵੀ ਦੇਣੀ ਸੀ ਫਾਈਲ ਤੇ ਗਾਹਾਂ ਜਲੰਧਰ ਵੀ ਭੇਜਣਾ ਸੀ। ਜਲੰਧਰ ਅਸੀਂ 3 ਵਾਰੀ ਪ੍ਰੂਫ ਭੇਜ ਵੀ ਚੁੱਕੇ ਹਾਂ, ਅਸੀਂ ਈਮੇਲ ਵੀ ਕਰਾਏ ਆ। 11 ਤਰੀਕ ਨੂੰ ਵੀ ਈਮੇਲ ਕਰਾਏ ਆ ਉੱਥੇ ਐਸਡੀਐਮ ਸਾਹਿਬ ਨੇ ਕੋਲ ਖੜ ਕੇ। ਤੁਹਾਡੀ ਗੱਲ ਵੀ ਲਗਾਤਾਰ ਤੁਹਾਡਾ ਚੱਲ ਰਿਹਾ ਪਿੱਛੇ। ਤਾਂ ਮਾਈਆਂ ਬੈਠੀਆਂ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ, ਉਹਨਾਂ ਤੋਂ ਵੀ ਜਾਣਦੇ ਆ ਕਿ ਕਿਵੇਂ ਦੇਖਦੇ ਹੋ ਇਸ ਗੱਲ ਨੂੰ। ਭੈਣ ਜੀ, ਸਮੱਸਿਆ ਪੂਰੇ ਪਿੰਡ ਦੀ ਹੈ, ਕਿਵੇਂ ਦੇਖਿਆ ਜਾਵੇ? ਕਿਉਂ ਨਹੀਂ ਤੁਹਾਨੂੰ ਇੰਨਾ ਸਮਾਂ ਹੋ ਗਿਆ ਸੰਘਰਸ਼ ਕਰਦਿਆਂ ਨੂੰ ਹੱਲ ਕਰ ਰਹੀ ਸਰਕਾਰ? ਸਾਡੀ ਵੀਰ ਜੀ ਸੁਣੀ ਨਹੀਂ ਰਹੀ, ਬਹੁਤ ਟਾਈਮ ਤੋਂ ਅਸੀਂ ਇੱਥੇ ਬੈਠੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਸੀਂ ਸਾਰੇ ਜਾ ਕੇ ਦੇਖ ਲਿਆ। ਤੁਹਾਡੀ ਵੀ ਕੋਈ ਜ਼ਮੀਨ ਦਾ ਹੈ ਇੱਥੇ? ਜ਼ਮੀਨ ਆਈ ਹੈ ਵਿੱਚ? ਹਾਂਜੀ, ਸਾਡੀ ਆਪਦੀ ਜ਼ਮੀਨ ਹੈ। ਹਾਂਜੀ, ਪਰ ਸਾਡੀ ਕੋਈ ਨਾਲੇ ਤਾਂ ਸਾਡੇ ਪ੍ਰਸ਼ਾਸਨ ਸਾਨੂੰ ਦੁਖੀ ਕਰਦਾ ਹੈ, ਨਾਲੇ ਸਾਨੂੰ ਜਿਹੜੇ ਨਿਹਾਲ ਸਿੰਘ ਵਾਲੇ ਨੇਗੇ ਉਹ ਪਰੇਸ਼ਾਨ ਕਰਦੇ ਨੇਗੇ, ਸਾਰੇ ਪਰੇਸ਼ਾਨ ਕਰਦੇ ਨੇ, ਕੋਈ ਸਾਡੀ ਸੁਣਵਾਈ ਨਹੀਂ ਹੁੰਦੀ। ਠੀਕ ਹੈ। ਤੇ ਕਦੋਂ ਤੋਂ ਤੁਸੀਂ ਨਾਲ ਧਰਨੇ ਤੇ ਬੈਠੇ ਹੋ ਇੱਥੇ? ਸਾਨੂੰ 2.5 ਮਹੀਨੇ ਹੋ ਗਏ ਇੱਥੇ ਬੈਠਿਆਂ ਨੂੰ, ਪਰ ਅਸੀਂ ਆਪਣਾ ਹੱਕ ਲੈ ਕੇ ਉੱਠਾਂਗੇ, ਚਾਹੇ ਸਾਨੂੰ ਹੋਰ ਵੀ ਕਿੰਨਾ ਚਿਰ ਬੈਠਣਾ ਪੈ ਜਾਵੇ। ਹਾਂਜੀ, ਤਾਂ ਮਸਲਾ ਇਹੀ ਹੈ ਕਿ ਸਰਕਾਰ ਜਦੋਂ ਸਮਝੌਤੇ ਕਰ ਲੈਂਦੀ ਹੈ ਵੱਡੀਆਂ ਕੰਪਨੀਆਂ ਦੇ ਨਾਲ, ਕਾਰਪੋਰੇਟ ਘਰਾਣਿਆਂ ਦੇ ਨਾਲ, ਉਹਨਾਂ ਦੀਆਂ ਸੜਕਾਂ ਬਣਾਉਣ ਦੇ ਲਈ,
ਤਾਂ ਉਦੋਂ ਫਿਰ ਨਿਯਮਾਂ ਕਾਨੂੰਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਬਣਾਉਂਦੀ ਹੈ। ਲੋਕਾਂ ਦੀਆਂ ਜਾਇਜ਼ ਮੰਗਾਂ, ਲੋਕਾਂ ਦੀ ਮੰਗ ਹੈ ਕਿ ਪਿੰਡ ਵਿੱਚ ਪੁਲ ਬਣਾਇਆ ਜਾਵੇ ਤਾਂ ਕਿ ਜਿਹੜਾ ਪਿੰਡ 2 ਹਿੱਸਿਆਂ ਵਿੱਚ ਵੰਡਿਆ ਗਿਆ ਹੈ ਉਹ ਪਿੰਡ ਜੁੜ ਸਕੇ, ਜੁੜਿਆ ਰਹਿ ਸਕੇ। ਨਾਲ ਹੀ ਲੋਕਾਂ ਦੀ ਮੰਗ ਹੈ ਕਿ ਜਿਹੜਾ ਸਾਡੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਉਹਨਾਂ ਦਾ ਸਾਨੂੰ ਪ੍ਰੋਪਰ ਮੁਆਵਜ਼ਾ ਮਿਲੇ, ਉਹ ਵੀ ਨਹੀਂ ਦਿੱਤਾ ਜਾ ਰਿਹਾ। ਪੁਲ ਦੀ ਮੰਗ ਵੀ ਨਹੀਂ ਮੰਨੀ ਜਾ ਰਹੀ। ਇੱਕ ਮੰਗ ਹੋਰ ਹੈ ਕਿ ਜਦ ਕਦੇ ਵੀ ਹੜ੍ਹ ਆਉਣਗੇ, ਪਾਣੀ ਆਵੇਗਾ ਤਾਂ ਪਿੰਡ ਡੁੱਬ ਜਾਵੇਗਾ ਤੇ ਸਾਨੂੰ ਨਾਲਾ ਚਾਹੀਦਾ, ਉਹਦੀ ਮੰਗ ਵੀ ਨਹੀਂ ਹੈ। ਤਾਂ ਜਾਇਜ਼ ਮੰਗਾਂ ਤੇ ਕਦ ਤੱਕ ਲੋਕ ਇਸੇ ਤਰੀਕੇ ਦੇ ਨਾਲ ਧਰਨੇ ਤੇ ਬੈਠ ਕੇ ਮਨਵਾਉਣਗੇ? ਜਦ ਸਰਕਾਰ ਇਹ ਕਹਿੰਦੀ ਹੈ ਕਿ ਸਰਕਾਰ ਜਿਹੜੀ ਹੈ ਲੋਕਤੰਤਰ ਦੇ ਵਿੱਚ ਲੋਕਾਂ ਦੀ ਹੈ, ਡੈਮੋਕ੍ਰੈਟਿਕ ਸਰਕਾਰ ਹੈ, ਪਰ ਲੋਕ ਧਰਨੇ ਤੇ ਬੈਠੇ ਆ। ਲੋਕਾਂ ਨੂੰ ਛੋਟੀਆਂ ਮੰਗਾਂ ਦੇ ਲਈ, ਇੱਕ ਪਿੰਡ ਨੂੰ ਆਪਣੀਆਂ ਮੰਗਾਂ ਦੇ ਲਈ ਇਸ ਤਰੀਕੇ ਨਾਲ ਮੋਰਚੇ ਲਾਉਣੇ ਪੈ ਰਹੇ ਆ, ਤਾਂ ਫਿਰ ਸਰਕਾਰ ਕਿੱਥੇ ਸੁੱਤੀ ਹੋਈ ਹੈ? ਘਰ ਚੱਲੀ ਗੱਲ। ਚੰਨੀ ਸਾਹਿਬ ਕਰਦੇ ਆ ਮਸਲੇ ਹੱਲ, ਤਾਂ ਇਹ ਮਸਲਾ ਵੀ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੈ ਕਿ ਲੋਕ ਧਰਨੇ ਤੋਂ ਉੱਠ ਸਕਣ ਤੇ ਇਹਨਾਂ ਦੇ ਜਿਹੜੇ ਬਣਦੇ ਹੱਕ ਹੈ ਇਹਨਾਂ ਨੂੰ ਦਿਵਾਏ ਜਾ ਸਕਣ।